सत श्री अकाल जी। खालस टीवी के एमरजेंसी बुलेटिन दे विच सब दा स्वागत है। मैं हरशरण कौर। एमरजेंसी बुलेटिन दे विच पंजाब, भारत और दुनिया भर ਦੀਆਂ ਸਾਰੀਆਂ ਵੱਡੀਆਂ ਤੇ अहम खबरां ਤੁਹਾਨੂੰ ਦੱਸਾਂਗੇ। ਪਹਿਲਾਂ ਕੱਲ ਦੀ ਲੋਕ ਰਾਏ ਦਾ ਨਤੀਜਾ ਦੱਸ ਦਿੰਦੇ ਹਾਂ। ਕੱਲ ਦੀ ਲੋਕ ਰਾਏ ਸੀ ਅਕਾਲੀ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ। ਅਕਾਲੀ ਦਲ ਨੇ ਇਸ ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਨਸ਼ਿਆਂ ਦੇ ਅਸਲੀ ਸੌਦਾਗਰ ਫੜੇ ਜਾਣਗੇ? ਤਾਂ ਸਾਡੇ ਸਿਰਫ 25% ਦਰਸ਼ਕਾਂ ਨੂੰ ਲੱਗਦਾ ਹੈ ਕਿ ਮਜੀਠੀਆ ਦੇ ਫੜੇ ਜਾਣ ਨਾਲ ਨਸ਼ਿਆਂ ਦੇ ਅਸਲੀ ਸੌਦਾਗਰ ਵੀ ਜਿਹੜਾ ਹੈਗਾ ਉਹ ਲਪੇਟੇ ਦੇ ਵਿੱਚ ਆ ਜਾਣਗੇ, ਜਦ ਕਿ 75% ਦਰਸ਼ਕਾਂ ਨੂੰ ਲੱਗਦਾ ਹੈ ਕਿ ਅਜਿਹਾ ਕੁਝ ਨਹੀਂ ਹੋਣ ਵਾਲਾ। ਸਿਆਸੀ ਬਦਲਾਖੋਰੀ ਲੱਗਦੀ ਹੈ। ਪੰਜਾਬ ਸਰਕਾਰ ਨੇ ਨਵਾਂ ਹੁਕਮ ਚਾੜਿਆ ਹੈ। ਅੱਜ ਦੀ ਲੋਕ ਰਾਏ ਹੈ ਕਿ ਪੰਜਾਬ ਸਰਕਾਰ ਨੇ ਨਵਾਂ ਹੁਕਮ ਚਾੜਿਆ ਕਿ ਬਿਨਾਂ ਵੈਕਸੀਨੇਸ਼ਨ ਸਰਟੀਫਿਕੇਟਾਂ ਤੋਂ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੇਗੀ, ਯਾਨੀ ਕਿ ਟੀਕਾ ਨਹੀਂ ਤਾਂ ਤਨਖਾਹ ਨਹੀਂ। ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਨਾਲ ਕੀ ਤੁਸੀਂ ਸਹਿਮਤ ਹੋ? ਸਹਿਮਤ ਹੋ ਯੈਸ ਜਾਂ ਹਾਂ ਲਿਖਿਓ, ਜੇ ਸਹਿਮਤ ਨਹੀਂ ਹੋ ਨੋ ਜਾਂ ਨਾ ਲਿਖਿਓ। ਖਬਰਾਂ ਵਿਸਤਾਰ ਦੇ ਨਾਲ ਤੇ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਾਂਗੇ। ਪੰਜਾਬ ਦੀ ਚੰਨੀ ਸਰਕਾਰ ਨੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਉੱਤੇ ਬੜਾ ਸਖਤ ਹੁਕਮ ਚਾੜ ਦਿੱਤਾ ਹੈ ਕਿ ਕਰੋਨਾ ਟੀਕਾ ਜਿਹੜੇ ਨਹੀਂ ਲਵਾਉਣਗੇ ਉਹਨਾਂ ਨੂੰ ਤਨਖਾਹ ਨਹੀਂ ਮਿਲੇਗੀ। ਹੁਕਮਾਂ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਬਿਨਾਂ ਵੈਕਸੀਨੇਸ਼ਨ ਸਰਟੀਫਿਕੇਟਾਂ ਤੋਂ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਜਾਏਗੀ। ਚੰਡੀਗੜ੍ਹ ਪ੍ਰਸ਼ਾਸਨ ਨੇ 24 ਦਸੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। 24 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਨੇ, ਜਿਸ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਲਿਆ ਹੈ। 24 ਦਸੰਬਰ ਨੂੰ ਜੇਕਰ ਕਿਸੇ ਵੱਲੋਂ ਪਹਿਲਾਂ ਤੋਂ ਆਪਣੀ ਸਰਕਾਰੀ ਅਪਾਇੰਟਮੈਂਟ ਲਈ ਹੋਈ ਸੀ, ਉਹ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਤੁਹਾਡੀ ਕੋਈ ਵੀ ਅਪਾਇੰਟਮੈਂਟ ਸੀ, ਉਹ ਰੱਦ ਸਮਝੀ ਜਾਵੇ। ਦਿੱਲੀ ਤੋਂ ਇੱਕ ਅਹਿਮ ਖਬਰ ਹੈ। ਦਿੱਲੀ ਵਿੱਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ਇਕੱਠਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। DDMA ਯਾਨੀ ਕਿ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਦਿੱਲੀ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਹੁਕਮ ਦਿੱਤੇ ਨੇ ਕਿ ਕੌਮੀ ਰਾਜਧਾਨੀ ਦੇ ਵਿੱਚ ਕ੍ਰਿਸਮਸ ਤੇ ਨਵੇਂ ਸਾਲ ਦੇ ਮੌਕੇ ਇਕੱਠ ਨਾ ਹੋਣ ਦਿੱਤੇ ਜਾਣ। ਦਿੱਲੀ ਦੇ ਵਿੱਚ ਕਰੋਨਾ ਤੇ ਓਮਿਕਰੋਨ ਦੇ ਕੇਸ ਮੁੜ ਵਧਣ ਦੀ ਜਾਣਕਾਰੀ ਮਿਲੀ ਹੈ, ਜਿਸ ਤੋਂ ਬਾਅਦ DDMA ਨੇ ਇਹ ਫੈਸਲਾ ਲਿਆ ਹੈ। DDMA ਨੇ ਕੌਮੀ ਰਾਜਧਾਨੀ ਇਲਾਕੇ ਦੇ ਵਿੱਚ ਸਮਾਜਿਕ, ਸਿਆਸੀ, ਧਾਰਮਿਕ ਤੇ ਸੱਭਿਆਚਾਰਕ ਯਾਨੀ ਕਿ ਹਰ ਤਰ੍ਹਾਂ ਦੇ ਇਕੱਠਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਇਸੇ ਤਰ੍ਹਾਂ ਰੈਸਟੋਰੈਂਟ ਤੇ ਬਾਰ ਦੇ ਵਿੱਚ 50% ਦੀ ਸਿਟਿੰਗ ਦੀ ਲਿਮਿਟ ਮੁੜ ਤੋਂ ਲਾਗੂ ਕਰ ਦਿੱਤੀ ਗਈ ਹੈ। ਜੇ 60 ਜਣਿਆਂ ਦੇ ਬੈਠਣ ਦੀ ਜਗ੍ਹਾ ਹੈ ਤਾਂ 30 ਜਣੇ ਹੀ ਬੈਠ ਸਕਣਗੇ। ਵਿਆਹ ਸਮਾਗਮਾਂ ਦੇ ਵਿੱਚ ਵੀ ਦਿੱਲੀ ਦੇ ਵਿੱਚ 200 ਤੋਂ ਵੱਧ ਬੰਦੇ ਸ਼ਾਮਲ ਨਹੀਂ ਹੋ ਸਕਦੇ। ਮਾਸਕ ਪਾਉਣਾ ਦਿੱਲੀ ਦੇ ਵਿੱਚ ਲਾਜ਼ਮੀ ਕਰ ਦਿੱਤਾ ਗਿਆ ਹੈ। ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਹੁਕਮ ਵੀ ਸਰਕਾਰ ਨੇ ਜਾਰੀ ਕਰ ਦਿੱਤੇ ਨੇ। ਪੰਜਾਬ ਪੁਲਿਸ ਦੇ ਵੱਲੋਂ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਸ਼ਾ ਤਸਕਰੀ ਮਾਮਲੇ ਵਿੱਚ ਕੇਸ ਦਰਜ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਮਜੀਠੀਆ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਸਰਕਾਰ ਦੇ ਵੱਲੋਂ ਮਜੀਠੀਆ ਦੇ ਵਿਦੇਸ਼ ਭੱਜਣ ਦਾ ਡਰ ਹੋਣ ਕਾਰਨ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਦਰਅਸਲ ਪੰਜਾਬ ਪੁਲਿਸ ਦੇ ਵੱਲੋਂ ਥਾਂ-ਥਾਂ ਤੇ ਮਜੀਠੀਆ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਕਈ ਟੀਮਾਂ ਬਣਾ ਦਿੱਤੀਆਂ ਨੇ ਮਜੀਠੀਆ ਦੀ ਗ੍ਰਿਫਤਾਰੀ ਬਾਰੇ, ਪਰ ਹਾਲੇ ਤੱਕ ਮਜੀਠੀਆ ਦੀ ਕੋਈ ਸੂਹ ਨਹੀਂ ਮਿਲ ਸਕੀ ਹੈ। ਸਾਡੀ ਜਾਣਕਾਰੀ ਦੇ ਮੁਤਾਬਿਕ ਜਦੋਂ ਬਿਕਰਮ ਮਜੀਠੀਆ ਦੇ ਖਿਲਾਫ FIR ਦਰਜ ਹੋ ਗਈ ਸੀ ਤਾਂ ਉਸੇ ਵਕਤ ਹੀ ਪਤਾ ਲੱਗਣ ਤੇ ਮਜੀਠੀਆ ਆਪਣਾ ਫੋਨ ਵੀ ਘਰੇ ਛੱਡ ਕੇ ਕਿਤੇ ਰੂਪੋਸ਼ ਹੋ ਗਏ ਨੇ। ਕੋਈ ਪਤਾ ਨਹੀਂ ਕਿ ਮਜੀਠੀਆ ਇਸ ਵਕਤ ਕਿੱਥੇ ਨੇ। ਕੋਈ ਤਾਂ ਇਹ ਵੀ ਕਹਿ ਰਿਹਾ ਹੈ ਕਿ ਮਜੀਠੀਆ ਸ਼ਾਇਦ ਵਿਦੇਸ਼ ਭੱਜ ਗਏ ਨੇ। ਪਰ ਜੇ ਬਿਕਰਮ ਮਜੀਠੀਆ ਚੋਣਾਂ ਦੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਹੀ ਅਹਿਮ ਸਮਾਂ ਜਿਹੜਾ ਉਹ ਚੱਲ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ, ਜੇ ਮਜੀਠੀਆ ਵਿਦੇਸ਼ ਭੱਜ ਵੀ ਜਾਂਦੇ ਨੇ ਤਾਂ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ, ਕਿਉਂਕਿ ਮਾਝੇ ਹਲਕੇ ਦੇ ਵਿੱਚ ਮਜੀਠੀਆ ਦਾ ਆਪਣੀ ਪਾਰਟੀ ਦੇ ਵਿੱਚ ਬੜਾ ਵੱਡਾ ਜਿਹੜਾ ਦਬਦਬਾ ਉਹ ਮੰਨਿਆ ਜਾਂਦਾ ਹੈ। ਸੋ ਹਾਲ ਦੀ ਘੜੀ ਬਿਕਰਮ ਮਜੀਠੀਆ ਗ੍ਰਿਫਤਾਰੀ ਤੋਂ ਬਚ ਰਹੇ ਨੇ। ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਵਕੀਲਾਂ ਦੇ ਵੱਲੋਂ ਕਿ ਇਸ ਕੇਸ ਦੇ ਵਿੱਚ ਜ਼ਮਾਨਤ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਐਸਾ ਨਹੀਂ ਹੈ ਕਿ ਇਹ ਅਨਬੇਲੇਬਲ ਜਿਹੜੀ ਵਾਰੰਟ ਹੈਗੇ ਨੇ ਉਹ ਹੈਗੇ ਨੇ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਮਜੀਠੀਆ ਦੀ ਜ਼ਮਾਨਤ ਹੋ ਸਕਦੀ ਹੈ। ਸੋ ਹੁਣ ਇਹ ਤਾਂ ਮਜੀਠੀਆ ਹੀ ਜਾਣਦੇ ਨੇ ਕਿ ਉਹ ਆਖਿਰ ਹੈ ਕਿੱਥੇ ਨੇ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮਜੀਠੀਆ ਨੂੰ ਲੋਕੇਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਥਾਂ-ਥਾਂ ਛਾਪੇਮਾਰੀ ਕਰ ਰਹੀਆਂ ਨੇ। ਪਰ ਹੈਰਾਨੀ ਦੀ ਗੱਲ ਇਹ ਜਿਹੜੀ ਲੱਗ ਰਹੀ ਹੈ ਕਿ ਮਜੀਠੀਆ ਨੂੰ ਆਪਣੇ ਤੇ ਕੇਸ ਦਰਜ ਹੋਣ ਤੋਂ ਪਹਿਲਾਂ ਹੀ ਪਤਾ ਸੀ, ਜਿਸ ਕਰਕੇ ਉਸਨੇ ਪੁਲਿਸ ਨੂੰ ਆਪਣੀ ਮੋਬਾਈਲ ਲੋਕੇਸ਼ਨ ਦੇ ਨਾਲ ਚੱਕਮਾ ਵੀ ਦਿੱਤਾ। ਪੁਲਿਸ ਟੀਮ ਨੇ ਜਦੋਂ ਗ੍ਰਿਫਤਾਰੀ ਦੇ ਲਈ ਛਾਪਾ ਮਾਰਿਆ ਤਾਂ ਉੱਥੇ ਮੋਬਾਈਲ ਤਾਂ ਮਿਲਿਆ, ਪਰ ਮਜੀਠੀਆ ਉੱਥੇ ਨਹੀਂ ਮਿਲੇ। ਪੰਜਾਬ ਸਰਕਾਰ ਦਾ ਪੂਰਾ ਪਲਾਨ ਸੀ ਕਿ FIR ਦਰਜ ਹੁੰਦੇ ਸਾਰ ਹੀ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਉਹਨਾਂ ਨੇ ਮਜੀਠੀਆ ਦੇ ਮੋਬਾਈਲ ਦੀ ਲੋਕੇਸ਼ਨ ਟਰੈਕ ਕੀਤੀ, ਜਿਹੜੀ ਕਿ ਲਗਾਤਾਰ ਚੰਡੀਗੜ੍ਹ ਸਥਿਤ ਆਪਣੇ ਸਰਕਾਰੀ ਫਲੈਟ ਦੀ ਲੋਕੇਸ਼ਨ ਦੱਸ ਰਹੀ ਸੀ, ਯਾਨੀ ਕਿ ਮਜੀਠੀਆ ਦੇ
ਚੰਡੀਗੜ੍ਹ ਦੇ ਸਰਕਾਰੀ ਫਲੈਟ ਦੀ ਲੋਕੇਸ਼ਨ ਲੱਭ ਰਹੀ ਸੀ, ਪਰ ਮਜੀਠੀਆ ਦਾ ਸਿਰਫ ਉੱਥੇ ਫੋਨ ਲੱਭਿਆ, ਮਜੀਠੀਆ ਨਹੀਂ ਮਿਲੇ। ਕਿਉਂਕਿ ਸੋਮਵਾਰ ਨੂੰ ਜਦੋਂ ਮਾਮਲਾ ਦਰਜ ਕੀਤਾ ਗਿਆ ਹੈ, ਅੱਧੀ ਰਾਤ ਨੂੰ ਪੁਲਿਸ ਟੀਮ ਨੇ ਛਾਪੇਮਾਰੀ ਕੀਤੀ ਸੀ, ਪਰ ਮਜੀਠੀਆ ਨਹੀਂ ਲੱਭੇ। ਯਾਨੀ ਕਿ ਮਜੀਠੀਆ ਨੂੰ ਪਹਿਲਾਂ ਹੀ ਪਤਾ ਸੀ ਕਿ ਉਸ ਦੇ ਖਿਲਾਫ FIR ਦਰਜ ਕੀਤੀ ਗਈ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਇਹ ਦਾਅਵਾ ਕਰ ਰਹੇ ਨੇ ਕਿ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਪਹਿਲਾ ਕਦਮ ਹਲੇ ਸਰਕਾਰ ਨੇ ਚੁੱਕਿਆ ਹੈ। ਪੰਜਾਬ ਪੁਲਿਸ ਨੇ ਪਹਿਲੀ ਜਿਹੜੀ ਵੱਡੀ ਕਾਰਵਾਈ ਕੀਤੀ ਹੈ ਤੇ ਇਹ ਬਿਲਕੁਲ ਆਪਣੇ ਅੰਜਾਮ ਤੱਕ ਪਹੁੰਚ ਕੇ ਰਹੇਗਾ ਕਿ ਇਸ ਨਸ਼ਾ ਤਸਕਰਾਂ ਨੂੰ ਅਸੀਂ ਬਿਲਕੁਲ ਵੀ ਛੱਡਾਂਗੇ ਨਹੀਂ। ਤੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ ਹੈ ਮੁੱਖ ਮੰਤਰੀ ਚੰਨੀ ਨੇ। ਕਹਿੰਦੇ ਮਜੀਠੀਆ ਦੇ ਨਾਲ ਕੈਪਟਨ ਨੇ ਚਾਚੇ ਵਾਲਾ ਰਿਸ਼ਤਾ ਨਿਭਾ ਦਿੱਤਾ ਹੈ। ਨਸ਼ੇ ਦੇ ਸੌਦਾਗਰ ਕਹਿੰਦੇ ਹੁਣ ਭੱਜੇ ਫਿਰਦੇ ਨੇ ਜਦੋਂ ਕਾਰਵਾਈ ਹੋ ਗਈ ਹੈ। ਇਹਨਾਂ ਨੇ ਕਹਿੰਦੇ ਕੰਮ ਹੀ ਇਹ ਬਣਾ ਰੱਖਿਆ ਸੀ, ਉੱਤਰ ਕਾਟੋ ਮੇਰੀ ਵਾਰੀ। ਕਦੇ ਕਾਂਗਰਸ ਦੀ, ਕਦੇ ਬਾਦਲਾਂ ਦੀ ਸਰਕਾਰ, ਕਦੇ ਕੈਪਟਨ ਦੀ ਸਰਕਾਰ, ਕਦੇ ਬਾਦਲ ਮੁੱਖ ਮੰਤਰੀ, ਕਦੇ ਕੈਪਟਨ ਮੁੱਖ ਮੰਤਰੀ। ਹੁਣ ਜਿਹੜਾ ਅਸੀਂ ਕਾਰਵਾਈ ਕੀਤੀ ਹੈ ਤਾਂ ਹੁਣ ਇਹ ਭੱਜੇ ਫਿਰਦੇ ਨੇ, ਸਾਰੇ ਨਸ਼ਿਆਂ ਦੇ ਸੌਦਾਗਰ ਨੇ। ਬੇਅਦਬੀ ਦਾ ਮਸਲਾ ਹੱਲ ਕਰਨ ਦਾ ਦਾਅਵਾ ਵੀ ਮੁੱਖ ਮੰਤਰੀ ਚੰਨੀ ਨੇ ਕੀਤਾ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਮੇਰਾ ਅਸਤੀਫਾ ਵਾਪਸ ਲੈਣ ਦਾ ਮੁੱਲ ਪਿਆ ਹੈ। ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਮਾਮਲੇ ਤੇ ਕਿਹਾ ਹੈ ਕਿ ਕੁਝ ਸਮਾਂ ਪਹਿਲਾਂ ਪ੍ਰਧਾਨਗੀ ਦੇ ਅਹੁਦੇ ਤੋਂ ਜਿਹੜਾ ਮੈਂ ਅਸਤੀਫਾ ਦਿੱਤਾ ਸੀ, ਉਹ ਮੇਰਾ ਫੈਸਲਾ ਸਹੀ ਸੀ ਅਤੇ ਮੇਰਾ ਅਸਤੀਫਾ ਦੇਣ ਦੇ ਫੈਸਲੇ ਦਾ ਮੁੱਲ ਪਿਆ ਹੈ। ਤੇ ਅੱਜ ਸਾਬਿਤ ਹੋ ਗਿਆ ਅਕਾਲੀ ਦਲ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਆਪਸ ਦੇ ਵਿੱਚ ਰਲੇ ਹੋਏ ਨੇ। ਕਹਿੰਦੇ ਮੈਂ ਹਮੇਸ਼ਾ ਮਾੜੀਆਂ ਚੀਜ਼ਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ, ਬੁਰਾਈ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਸਿੱਧੂ ਨੇ ਦਾਅਵਾ ਕੀਤਾ ਕਿ ਅਸੀਂ ਵੱਡੀ ਲੜਾਈ ਲੜੀ ਹੈ। ਅੰਮ੍ਰਿਤਸਰ ਦੇ ਵਿੱਚ ਆਪਣੀ ਰਿਹਾਇਸ਼ ਦੇ ਉੱਤੇ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸੀ ਨਵਜੋਤ ਸਿੰਘ ਸਿੱਧੂ। ਦਿੱਲੀ ਵੱਲ ਜਾਣ ਤੋਂ ਪਹਿਲਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਸੱਦੀ ਸੀ। ਸਿੱਧੂ ਨੇ ਕਿਹਾ ਕਿ ਨਸ਼ਿਆਂ ਤੇ ਬੇਅਦਬੀ ਦੇ ਮਸਲੇ ਨੂੰ ਲੈ ਕੇ ਹੀ ਮੁੱਖ ਮੰਤਰੀ ਨੂੰ ਬਦਲਿਆ ਗਿਆ ਸੀ। ਕਹਿੰਦੇ ਮੈਂ ਕਿਸਾਨਾਂ ਦੇ ਨਾਲ ਹਾਂ, ਕਿਸਾਨਾਂ ਦੀਆਂ ਮੰਗਾਂ ਮੈਂ ਆਪਣੇ ਏਜੰਡੇ ਦੇ ਵਿੱਚ ਰੱਖੀਆਂ ਨੇ ਤੇ ਪੰਜਾਬ ਨੂੰ ਝੂਠੇ ਵਾਅਦਿਆਂ ਦੇ ਨਾਲ ਹੁਣ ਹੋਰ ਅੱਗੇ ਨਹੀਂ ਲਿਜਾਇਆ ਜਾ ਸਕਦਾ। ਵਿਕਾਸ ਦੇ ਲਈ ਠੋਸ ਨੀਤੀ ਦੀ ਲੋੜ ਹੈ। ਜੇ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਤਾਂ ਮੈਂ ਪੰਜਾਬ ਲਈ ਬਣਾਏ ਰੋਡ ਮੈਪ ਦੇ ਰਾਹੀਂ ਸੂਬੇ ਨੂੰ ਤਰੱਕੀ ਵੱਲ ਲੈ ਕੇ ਜਾਵਾਂਗਾ। ਬੇਅਦਬੀ ਮਾਮਲਿਆਂ ਬਾਰੇ ਕਿਹਾ ਸਿੱਧੂ ਨੇ ਕਿ ਦੋਸ਼ੀਆਂ ਖਿਲਾਫ ਜੇ ਕਾਰਵਾਈ ਨਹੀਂ ਹੋਈ ਤਾਂ ਹੀ ਲੋਕਾਂ ਦਾ ਸਰਕਾਰ ਤੋਂ ਭਰੋਸਾ ਉੱਠਿਆ ਹੈ ਤੇ ਲੋਕ ਆਪਣੇ ਆਪ ਇਨਸਾਫ ਕਰਨ ਦੇ ਰਾਹ ਤੇ ਤੁਰ ਪਏ ਨੇ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਮਜੀਠੀਆ ਦੇ ਖਿਲਾਫ ਪਰਚਾ ਦਰਜ ਹੋਇਆ, ਉਸ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਵੀ ਨਿਸ਼ਾਨੇ ਸਾਧੇ। ਕੈਪਟਨ ਨੂੰ ਝੂਠੀ ਸਹੁੰ ਖਾਣ ਵਾਲਾ ਲੀਡਰ ਦੱਸਿਆ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਮਜੀਠੀਆ ਦੇ ਖਿਲਾਫ ਜਿਹੜਾ ਕੇਸ ਦਰਜ ਹੋਇਆ ਉਸ ਨੂੰ ਸਿਆਸੀ ਸਟੰਟ ਕਹੇ ਜਾਣ ਤੇ ਨਵਜੋਤ ਸਿੰਘ ਸਿੱਧੂ ਨੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਕਹਿੰਦੇ ਇਹ ਸਭ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਅੰਦਰੂਨੀ ਗੱਠਜੋੜ ਦਾ ਹੀ ਨਤੀਜਾ ਹੈ। ਇਸੇ ਕਰਕੇ ਕੇਜਰੀਵਾਲ ਨੇ ਮਜੀਠੀਆ ਤੋਂ ਲਿਖਤੀ ਮਾਫੀ ਮੰਗ ਲਈ ਸੀ। ਇਸੇ ਸਮਝੌਤੇ ਕਰਕੇ ਦਿੱਲੀ ਹਵਾਈ ਅੱਡੇ ਦੇ ਮੁਨਾਫੇ ਵਾਲੇ ਰੂਟ ਤੇ ਪੰਜਾਬ ਰੋਡਵੇਜ਼ ਨੂੰ ਚੱਲਣ ਦੀ ਇਜਾਜ਼ਤ ਹੀ ਨਹੀਂ ਹੈਗੀ ਤੇ ਇਹ ਸਭ ਜਾਂਚ ਦਾ ਵਿਸ਼ਾ ਹੈ, ਜਾਂਚ ਹੋਣੀ ਚਾਹੀਦੀ ਹੈ। ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਵਿਕਰਮ ਮਜੀਠੀਆ ਨੂੰ ਸਿੱਧੇ ਫਾਇਦਾ ਪਹੁੰਚਾਉਣ ਵਾਲੀਆਂ ਸਿਆਸੀ ਚਾਲਾਂ ਨੂੰ ਸਮਝਣ ਤੇ ਸੂਝਵਾਨ ਬਣ ਕੇ ਫੈਸਲਾ ਲੈਣ। ਮੈਂ ਜਿੱਥੇ ਖੜਾ ਉਹ ਯਥਾਰਥ ਦਾ ਧਰਾਤਲ ਹੈ, ਉਹ ਸੱਚ ਦਾ ਧਰਾਤਲ ਹੈ ਔਰ ਉਹ ਇੱਕੋ ਚੀਜ਼ ਕਹਿ ਰਿਹਾ ਪੰਜਾਬ ਨੂੰ ਕਿ ਤੁਸੀਂ ਆਪਣਾ ਭਵਿੱਖ ਬਦਲ ਸਕਦੇ ਹੋ, ਇਸ ਮਾਫੀਏ ਨੂੰ ਤੋੜ ਸਕਦੇ ਹੋ ਵੋਟ ਨੂੰ। ਮੈਂ ਇਸ ਲੜਾਈ ਨੂੰ ਔਰ ਮੈਂ ਬੜੇ ਕੈਟਾਗੋਰੀਕਲੀ ਕਹਿ ਰਿਹਾ ਪੰਜਾਬ ਦੇ ਲੋਕਾਂ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਲੜਨ ਨੂੰ ਤਿਆਰ ਆ। ਅਗਰ ਜ਼ਿੰਮੇਵਾਰੀ ਮਿਲੀ ਸਾਰਾ ਕੁਝ ਬਦਲ ਸਕਦਾ, ਇੱਕ ਰੋਡ ਮੈਪ ਦੇ ਨਾਲ ਬਦਲ ਸਕਦਾ, ਇੱਕ ਰਾਹ ਪਾ ਕੇ ਬਦਲ ਸਕਦਾ। ਪੁੱਠੀ ਰਾਹ ਪਏ ਲੋਕ ਸਿੱਧੀ ਰਾਹ ਤੇ ਆਣੇ ਬੜੇ ਮੁਸ਼ਕਿਲ ਨੇ, ਲੇਕਿਨ ਸਿੱਧੀ ਰਾਹ ਦੇ ਉੱਤੇ ਲਿਆਉਣ ਦੇ ਲਈ ਇੱਕ ਏਜੰਡਾ, ਇੱਕ ਰੋਡ ਮੈਪ ਤੇ ਲਿਆ ਕੇ ਮਤਲਬ ਇਹਨੂੰ ਬਦਲਿਆ ਜਾ ਸਕਦਾ, ਲੇਕਿਨ ਉਹ ਜ਼ਿੰਮੇਵਾਰੀ ਤੇ ਨਿਰਭਰ ਕਰਦਾ। ਮੈਂ ਰਾਹੁਲ ਜੀ ਔਰ ਪ੍ਰਿयंका जी ਦਾ ਸਾਥ ਤਾ ਉਮਰ ਨਿਭਾਊਂਗਾ, ਆਪਣੀ ਜ਼ਮਾਨ ਤੋਂ ਕਦੇ ਪਿੱਛੇ ਨਹੀਂ ਹਟੂੰਗਾ, ਲੇਕਿਨ ਮੈਂ ਪੰਜਾਬ ਦੇ ਨਾਲ ਵੀ ਆਪਣੀ ਵਫਾਦਾਰੀ ਨਿਭਾਊਂਗਾ। ਮੈਂ ਕਿ ਪੰਜਾਬ ਨੂੰ ਕੋਈ ਭਰਮ ਚ ਨਹੀਂ ਰੱਖਾਂਗਾ, ਨਾ ਭਟਕਣ ਦਿਆਂਗਾ ਨਾ ਭਟਕਾਊਂਗਾ। ਸੱਤਾ ਦੇ ਵਿੱਚ ਸੱਤਾ ਹਾਸਲ ਕਰਨ ਦੇ ਲਈ ਝੂਠ, ਢੋਂਗ, ਲੋਲੀਪੌਪ ਦੇਣੇ ਨਵਜੋਤ ਸਿੱਧੂ ਨਾਲ ਨਹੀਂ ਹੈ, ਲੇਕਿਨ ਸੱਤਾ ਦੇ ਵਿੱਚ ਇਸ ਲਈ ਆਉਣਾ ਹੈ ਕਿ ਪੰਜਾਬ ਦੇ ਇਸ ਗਿਰਦੇ ਬੇਹਾਲੀ ਦੇ ਟ੍ਰੈਂਡ ਨੂੰ ਮੋੜਾ ਪਾਉਣਾ ਔਰ ਪੰਜਾਬ ਨੂੰ ਆਰਥਿਕ ਤੌਰ ਦੇ ਉੱਤੇ ਸਵਾਰ ਕੇ ਇੱਕ ਵੈਲਫੇਅਰ ਸਟੇਟ ਬਣਾਉਣਾ, ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣੀ ਹੈ, ਲੋਕਾਂ ਦੇ ਟੈਕਸਾਂ ਦੇ ਪੈਸੇ ਦੁੱਗਣੇ ਤਿੱਗਣੇ ਕਰਕੇ ਡਿਵੈਲਪਮੈਂਟ ਦੇ ਫਾਰਮ 'ਚ ਉਹਨਾਂ ਨੂੰ ਵਾਪਸ ਮੋੜਨੇ ਆ ਤੇ ਸਿੱਧੂ ਨਾਲ ਹੈ।
ਐਂਡ ਤੱਕ ਲੜੇਗਾ। ਪੰਜਾਬ ਦੇ ਪੁਲਿਸ ਮੁਖੀ ਹਾਲ ਦੀ ਘੜੀ ਸਿਧਾਰਥ ਚੱਟੋਪਾਧਿਆਏ ਹੀ ਬਣੇ ਰਹਿਣਗੇ। ਦਰਅਸਲ ਪੰਜਾਬ ਦੇ ਜਿਹੜੇ ਨਵੇਂ ਡੀਜੀਪੀ ਲਾਉਣ ਨੂੰ ਲੈ ਕੇ ਯੂਪੀਐਸਸੀ ਦੀ ਮੀਟਿੰਗ ਹੋਣੀ ਸੀ ਮੰਗਲਵਾਰ ਨੂੰ, ਉਹ ਨਹੀਂ ਹੋ ਸਕੀ ਤੇ ਯੂਪੀਐਸਸੀ ਨੇ ਇਹੀ ਤਰਕ ਦਿੱਤਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸਾਨੂੰ ਜਿਹੜੀ ਚਿੱਠੀ ਭੇਜੀ ਗਈ ਹੈ ਉਹ ਸਾਨੂੰ 20 ਦਸੰਬਰ ਨੂੰ ਮਿਲੀ ਹੈ, ਇਸ ਕਰਕੇ ਚਿੱਠੀ ਤੇ ਵਿਚਾਰ ਕਰਨ ਵਾਸਤੇ ਸਾਨੂੰ ਟਾਈਮ ਚਾਹੀਦਾ ਹੈ। ਸੋ ਹਾਲ ਦੀ ਘੜੀ ਚੱਟੋਪਾਧਿਆਏ ਡੀਜੀਪੀ ਬਣੇ ਰਹਿਣਗੇ ਤੇ ਜਦੋਂ ਚੱਟੋਪਾਧਿਆਏ ਡੀਜੀਪੀ ਲਾਏ ਗਏ ਨੇ ਕਾਰਜਕਾਰੀ ਡੀਜੀਪੀ, ਉਸ ਤੋਂ ਬਾਅਦ ਹੀ ਮਜੀਠੀਆ ਦੇ ਖਿਲਾਫ ਇਹ ਵੱਡੀ ਕਾਰਵਾਈ ਹੋਈ ਹੈ। ਗੱਲ ਕਰਦੇ ਹਾਂ ਸ਼ਹੀਦੀ ਸਾਕੇ ਦੀ। ਉਹ ਸ਼ਹੀਦੀ ਸਾਕਾ ਜਿਸ ਦੇ ਮੇਚ ਦਾ ਸਾਕਾ ਦੁਨੀਆ ਤੇ ਕੋਈ ਨਹੀਂ ਹੋਇਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਿੱਖ ਕੌਮ ਦੇ 10ਵੇਂ ਗੁਰੂ, ਜਿਨ੍ਹਾਂ ਨੇ ਚਮਕੌਰ ਦਾ ਯੁੱਧ ਲੜਿਆ ਸੀ ਮਹਿਜ਼ 40 ਸਿੰਘਾਂ ਤੇ ਆਪਣੇ 2 ਵੱਡੇ ਸਾਹਿਬਜ਼ਾਦਿਆਂ ਦੇ ਨਾਲ, ਉਸ ਜੰਗ ਦੇ ਵਿੱਚ ਜਿੱਤ ਹਾਸਲ ਕੀਤੀ ਸੀ ਕਿਉਂਕਿ ਮੁਗਲ ਹਾਕਮਾਂ ਅਤੇ ਪਹਾੜੀ ਰਾਜਿਆਂ ਦੀ ਮਨਸ਼ਾ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਜਿਉਂਦੇ ਜੀ ਗ੍ਰਿਫਤਾਰ ਕਰਨਾ ਹੈ। ਪਰ ਸਿੰਘ ਅਖੀਰ ਤੱਕ ਲੜਦੇ ਲੜਦੇ ਸ਼ਹੀਦੀਆਂ ਦੇ ਜਾਮ ਤਾਂ ਪੀ ਗਏ, ਪਰ ਮੁਗਲ ਫੌਜਾਂ ਦੇ ਹੱਥ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਹੀਂ ਲੱਗੇ। ਇਸ ਕਰਕੇ ਚਮਕੌਰ ਦਾ ਜਿਹੜਾ ਯੁੱਧ ਹੈ 10 ਲੱਖ ਤੋਂ ਵੱਧ ਮੁਗਲ ਫੌਜਾਂ ਦੇ ਮੁਕਾਬਲੇ 40 ਸਿੰਘਾਂ ਨੇ, ਮਹਿਜ਼ 40 ਸਿੰਘਾਂ ਨੇ ਯੁੱਧ ਹੈ ਜਿਹੜਾ ਉਹ ਜਿੱਤ ਲਿਆ ਸੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਉਹਨਾਂ ਦੇ ਜਿਉਂਦੇ ਜੀ ਹੱਥ ਨਹੀਂ ਲੱਗੇ ਸੀ। ਸੋ ਉਸ ਸਾਕੇ ਨੂੰ ਸਮਰਪਿਤ ਚਮਕੌਰ ਸਾਹਿਬ ਦੀ ਧਰਤੀ ਤੇ ਜਿੱਥੇ ਜੰਗ ਲੜਿਆ ਗਿਆ ਸੀ, ਅਸਾਵੀਂ ਜੰਗ ਸੀ, ਦੁਨੀਆ ਦੀ ਇੱਕੋ ਇੱਕ ਐਸੀ ਜੰਗ ਹੋਈ ਹੈ ਜਿਸ ਦੇ ਵਿੱਚ ਇੱਕ ਪਾਸੇ 10 ਲੱਖ ਫੌਜਾਂ ਤੇ ਦੂਸਰੇ ਪਾਸੇ 40 ਤੋਂ ਲੈ ਕੇ 45 ਤੱਕ ਸਿੰਘ। ਸੋ ਉਸ ਯਾਦ ਦੇ ਵਿੱਚ, ਉਸ ਸਾਕੇ ਦੀ ਯਾਦ ਦੇ ਵਿੱਚ ਚਮਕੌਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ਼ਹੀਦੀ ਜੋੜ ਮੇਲ 3 ਦਿਨ ਤੋਂ ਚੱਲ ਰਹੇ ਸੀ ਲਗਾਤਾਰ ਤੇ ਬੁੱਧਵਾਰ ਨੂੰ ਸ਼ਹੀਦੀ ਜੋੜ ਮੇਲ ਸਮਾਪਤ ਹੋ ਗਏ ਨੇ। 1704 ਦੇ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਅਤੇ 40 ਸਿੰਘ ਚਮਕੌਰ ਦੀ ਅਸਾਵੀਂ ਜੰਗ ਦੇ ਵਿੱਚ ਸ਼ਹੀਦ ਹੋ ਗਏ ਸਨ। ਦਾ ਖਾਲਸ ਟੀਵੀ ਦੇ ਵੱਲੋਂ ਉਹਨਾਂ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਵੀ ਕੀਤਾ ਜਾਂਦਾ ਹੈ। ਚਮਕੌਰ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਜਿੱਥੇ ਸ਼ਹੀਦੀ ਨਗਰ ਕੀਰਤਨ ਸਜਾਇਆ ਗਿਆ। ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋਈ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਦੇ ਹੇਠ ਵੱਡੀ ਗਿਣਤੀ ਵਿੱਚ ਸੰਗਤ ਨੇ ਪੂਰੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਸਜਾਇਆ। ਤੇ ਜਿਹੜਾ ਚਮਕੌਰ ਸਾਹਿਬ ਦਾ ਇਤਿਹਾਸਿਕ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ, ਇੱਥੇ ਸ਼ਹੀਦ ਹੋਣ ਤੋਂ ਬਾਅਦ ਸਾਰੇ ਸਿੰਘਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਪੰਜਾਬ ਦੇ ਵਿੱਚ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਰੇਲਵੇ ਟਰੈਕਾਂ ਤੇ ਧਰਨਾ ਲਗਾਤਾਰ ਤੀਸਰੇ ਦਿਨ ਵੀ ਜਾਰੀ ਰਿਹਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 22 ਦਸੰਬਰ ਦਾ ਜਿਹੜਾ ਸੰਘਰਸ਼ ਦਾ ਦਿਨ ਹੈ ਉਹ ਵੱਡੇ ਸਾਹਿਬਜ਼ਾਦਿਆਂ ਤੇ ਚਮਕੌਰ ਦੇ ਸਾਰੇ ਸ਼ਹੀਦ ਸਿੰਘਾਂ ਦੀ ਲਾਸਾਨੀ ਯਾਦ ਨੂੰ ਸਮਰਪਿਤ ਕੀਤਾ ਜਾਏਗਾ ਤੇ ਜਿੱਥੇ-ਜਿੱਥੇ ਮੋਰਚੇ ਇਹਨਾਂ ਦੇ ਲੱਗੇ ਹੋਏ ਨੇ ਰੇਲਵੇ ਟਰੈਕਾਂ ਦੇ, ਉੱਥੇ 10ਵੇਂ ਪਾਤਸ਼ਾਹ ਦੇ ਨਾਲ ਜਿਹੜੇ ਸਿੰਘ ਸੀਗੇ ਜਿਹੜੇ ਸ਼ਹੀਦ ਹੋ ਗਏ ਸੀ, ਉਹਨਾਂ ਦੀ ਸ਼ਹੀਦੀ ਨੂੰ ਮਨਾਇਆ ਗਿਆ, ਯਾਦ ਕੀਤਾ ਗਿਆ। ਰਾਗੀ ਸਿੰਘਾਂ ਨੇ ਰੇਲਵੇ ਟਰੈਕ ਤੇ ਮੰਜਾ ਢਾ ਕੇ ਕੀਰਤਨ ਗਾਇਨ ਕੀਤਾ। ਸ਼ਾਮ ਨੂੰ ਜਥੇਬੰਦੀਆਂ ਦੇ ਵੱਲੋਂ ਮੋਮਬੱਤੀਆਂ ਜਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਆ ਤੋਂ ਰੇਲ ਰੋਕੋ ਅੰਦੋਲਨ ਦੇ ਵਿੱਚ ਹੀ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਕੀਰਤਨ ਕਰਾ ਕੇ ਤੇ ਸ਼ਾਮ ਨੂੰ ਕੈਂਡਲ ਸਜਾ ਕੇ ਸ਼ਹੀਦਾਂ ਨੂੰ ਸਜਦਾ ਕਰਾਂਗੇ। ਇਹਦੇ ਨਾਲ ਤੁਹਾਨੂੰ ਪਤਾ ਹੀ ਆ ਜਿਵੇਂ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਟਾਂਡੇ ਵਿੱਚ ਰੇਲ ਜਾਮ ਚੱਲਦੀ, ਉੱਥੇ ਕੱਲ੍ਹ ਰਤਨ ਸਿੰਘ ਜੀ ਕਿਸਾਨ, ਉਹਨਾਂ ਦੀ ਸ਼ਹਾਦਤ ਹੋ ਗਈ ਆ ਤੇ ਉਹਨਾਂ ਦਾ ਵੀ ਹਜੇ ਮੁਆਵਜ਼ਾ ਤੇ ਨੌਕਰੀ ਬਾਰੇ ਸਰਕਾਰ ਨੇ ਕੋਈ ਐਲਾਨ ਨਹੀਂ ਕੀਤਾ ਹੈਗਾ। ਦੂਸਰਾ ਹੈਗਾ ਵੀ 2 ਥਾਵਾਂ ਤੇ ਮੋਗਾ ਤੇ ਫਾਜ਼ਿਲਕਾ ਦੇ ਅੱਜ ਵਿੱਚ ਫਿਰ ਰੇਲ ਰੋਕੋ, ਉਹਨਾਂ ਥਾਵਾਂ ਤੇ ਵੀ ਲਾਉਣਾ ਪੈ ਰਿਹਾ ਵਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੰਜਾਬ ਸਰਕਾਰ ਦੇ ਵੱਲੋਂ 22 ਦਸੰਬਰ ਨੂੰ ਮੀਟਿੰਗ ਦਾ ਭਰੋਸਾ ਮਿਲਣ ਤੋਂ ਬਾਅਦ ਡੀਸੀ ਦਫ਼ਤਰਾਂ ਦਾ ਘਿਰਾਓ ਤਾਂ ਖਤਮ ਕਰ ਦਿੱਤਾ ਸੀ, ਪਰ ਧਰਨੇ ਡੀਸੀ ਦਫ਼ਤਰਾਂ ਦੇ ਬਾਹਰ ਲਗਾਤਾਰ ਜਾਰੀ ਨੇ। ਪਰ 22 ਤਰੀਕ ਵਾਲੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ ਹੈ। ਬੁੱਧਵਾਰ ਨੂੰ ਮੀਟਿੰਗ ਫਿਕਸ ਕੀਤੀ ਗਈ ਸੀ ਸੀਐਮ ਚੰਨੀ ਦੇ ਨਾਲ, ਪਰ ਹੁਣ ਇਸ ਜਥੇਬੰਦੀ ਦੇ ਨਾਲ ਮੀਟਿੰਗ ਇੱਕ ਦਿਨ ਅੱਗੇ ਪਾ ਦਿੱਤੀ ਗਈ ਹੈ। ਹੁਣ ਮੀਟਿੰਗ 23 ਦਸੰਬਰ ਨੂੰ ਹੋਵੇਗੀ। ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਧਰ ਦਿੱਲੀ ਵਿੱਚ ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਕੈਂਪੇਨ ਕਮੇਟੀ ਦੀ ਬੈਠਕ ਹੋਈ। ਇਸ ਬੈਠਕ ਦੇ ਵਿੱਚ ਕਾਂਗਰਸ ਦੇ ਕਈ ਵਿਧਾਇਕ ਤੇ ਸੰਸਦ ਮੈਂਬਰ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਜਾਖੜ ਨੇ ਦੱਸਿਆ ਕਿ ਮੀਟਿੰਗ ਵਿੱਚ ਜ਼ਿੰਮੇਵਾਰੀਆਂ ਵੰਡਣ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਸਾਰੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੇ ਸੁਝਾਅ ਵੀ ਦਿੱਤੇ ਗਏ ਨੇ। ਰਾਹੁਲ ਗਾਂਧੀ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਪਹੁੰਚ
ਪਹੁੰਚਣਗੇ। ਪ੍ਰੋਗਰਾਮ ਹੈ ਜਿਹੜਾ ਉਹ ਤੈਅ ਕਰਨ ਤੋਂ ਬਾਅਦ ਜਨਤਕ ਕੀਤਾ ਜਾਵੇਗਾ। ਸਿੱਧੂ ਬਾਰੇ ਵੀ ਜਾਖੜ ਤੋਂ ਸਵਾਲ ਪੁੱਛੇ ਗਏ ਪਰ ਉਹ ਇਹਨਾਂ ਸਵਾਲਾਂ ਦਾ ਉੱਤਰ ਦੇਣ ਤੋਂ ਟਾਲਾ ਵੱਟ ਗਏ। ਸੋ 25 ਤੋਂ 30 ਦਸੰਬਰ ਦੇ ਵਿਚਾਲੇ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਨੇ ਜਿਹੜੇ ਉਹ ਪੰਜਾਬ ਪਹੁੰਚ ਸਕਦੇ ਨੇ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਲੰਘੇ ਸ਼ਨਿਚਰਵਾਰ ਨੂੰ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਰ ਬੜੀ ਹੈਰਾਨੀ ਦੀ ਗੱਲ ਹੈ, ਪੰਜਾਬ ਪੁਲਿਸ ਦੀ ਜਾਂਚ ਤੇ ਬੜੇ ਸਵਾਲ ਉੱਠਦੇ ਨੇ ਕਿਉਂਕਿ ਹਾਲੇ ਤੱਕ ਉਸ ਦੋਸ਼ੀ ਦੀ ਸ਼ਨਾਖਤ ਹੀ ਨਹੀਂ ਹੋ ਸਕੀ ਕਿ ਉਹ ਕਿੱਧਰੋਂ ਆਇਆ ਸੀ, ਕਿਹਨੇ ਉਹਨੂੰ ਭੇਜਿਆ ਸੀ, ਕਿੱਥੋਂ ਦਾ ਰਹਿਣ ਵਾਲਾ ਸੀ, ਕੁਝ ਵੀ ਨਹੀਂ ਦੱਸਿਆ ਗਿਆ। ਤੇ ਡਾਕਟਰਾਂ ਨੇ ਹੁਣ ਮ੍ਰਿਤਕ ਦੀ ਉਂਗਲੀ ਇੱਕ ਕੱਟ ਕੇ ਰੱਖੀ ਹੈ ਤਾਂ ਜੋ ਬਾਇਓਮੈਟ੍ਰਿਕ ਦੇ ਜ਼ਰੀਏ ਉਸ ਦੀ ਪਛਾਣ ਕੀਤੀ ਜਾ ਸਕੇ। ਇਸ ਦੇ ਨਾਲ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੇ ਵਿੱਚ ਮਦਦ ਮਿਲੇਗੀ। ਉਹ ਕਿੱਥੋਂ ਦਾ ਸੀ, ਕਿਹਦੇ ਕੋਲ ਰਹਿੰਦਾ ਸੀ, ਕਿਹਨੇ ਭੇਜਿਆ ਸੀ, ਇਹ ਸਾਰੀ ਚੇਨ ਹੈ ਜਿਹੜੀ ਉਹ ਖੁੱਲ ਸਕੇਗੀ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਜਿਉਂਦੇ ਜੀ ਫੜੇ ਹੋਏ ਨੇ ਉਹਨਾਂ ਤੋਂ ਪੁਲਿਸ ਪੁੱਛ ਪੜਤਾਲ ਕਰਨ ਦੇ ਵਿੱਚ ਫੇਲ ਹੈ ਤੇ ਜਿਹੜਾ ਮਰ ਗਿਆ ਉਸ ਨੂੰ ਵੀ ਪਛਾਣਿਆ ਨਹੀਂ ਜਾ ਸਕਿਆ ਹਾਲੇ ਤੱਕ। ਪੋਸਟਮਾਰਟਮ ਦੀ ਰਿਪੋਰਟ ਕੀ ਕਹਿੰਦੀ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਰਿਪੋਰਟ ਦੇ ਮੁਤਾਬਿਕ ਉਹਦੇ ਸਿਰ ਤੇ ਡੂੰਗੀ ਸੱਟ ਲੱਗੀ ਹੋਈ ਸੀ, ਜਿਵੇਂ ਕਿਸੇ ਨੇ ਲੋਹੇ ਦੀ ਚੀਜ਼ ਨਾਲ ਵਾਰ ਕੀਤਾ ਗਿਆ ਹੋਵੇ ਤੇ ਉਹ ਲੋਹੇ ਦੀ ਚੀਜ਼ ਕੜਾ ਜਾਂ ਕੁਝ ਹੋਰ ਵੀ ਹੋ ਸਕਦਾ ਹੈ। ਤੇ ਉਸ ਵਕਤ, ਉਸ ਦਿਨ, ਉਸ ਰਾਤ ਨੂੰ ਸਿੰਘਾਂ ਨੇ ਜਿਨ੍ਹਾਂ ਨੇ ਸੌਦਾ ਲਾਇਆ ਸੀ ਉਹ ਦੱਸਦੇ ਸੀ ਕਿ ਕੜੇ ਮਾਰ-ਮਾਰ ਕੇ ਹੀ ਉਸ ਦੀ ਜਾਨ ਹੈ ਜਿਹੜੀ ਗਈ ਹੈ। ਉਸ ਦੇ ਸਰੀਰ ਤੇ ਹੋਰ ਵੀ ਡੂੰਘੀਆਂ ਸੱਟਾਂ ਲੱਗੀਆਂ ਹੋਈਆਂ ਸੀ। ਸਰੀਰ ਦਾ ਕੋਈ ਵੀ ਹਿੱਸਾ ਅਜਿਹਾ ਨਹੀਂ ਸੀ ਜਿਸ ਤੇ ਸੱਟਾਂ ਦੇ ਨਿਸ਼ਾਨ ਨਾ ਹੋਣ। ਸਰੀਰ ਦੀਆਂ ਸਾਰੀਆਂ ਹੱਡੀਆਂ ਟੁੱਟੀਆਂ ਹੋਈਆਂ ਸੀ। ਡਾਕਟਰਾਂ ਨੇ ਮ੍ਰਿਤਕ ਦੇਹ ਦੀ ਉਂਗਲ ਕੱਟ ਕੇ ਫਲੋਰ ਸਥਿਤ ਫੋਰੈਂਸਿਕ ਲੈਬ ਦੇ ਵਿੱਚ ਭੇਜਣ ਬਾਰੇ ਜਾਣਕਾਰੀ ਦਿੱਤੀ ਹੈ ਤੇ DNA ਟੈਸਟ ਦੇ ਲਈ ਛਾਤੀ ਤੋਂ ਇੱਕ ਹੱਡੀ ਵੀ ਲਈ ਗਈ ਹੈ। ਘਟਨਾ ਦੇ 3 ਦਿਨ ਬਾਅਦ ਵੀ ਮ੍ਰਿਤਕ ਦੀ ਪਛਾਣ ਨਾ ਹੋਣਾ ਸੱਚਮੁੱਚ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਕਰਦਾ ਹੈ ਤੇ ਹੈਰਾਨੀਜਨਕ ਵੀ ਹੈ। ਉਧਰ ਇਸ ਘਟਨਾ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਮ ਇੱਕ ਸੰਦੇਸ਼ ਜਾਰੀ ਕੀਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਵਕਤ ਸਾਰੀਆਂ ਸਿੱਖ ਧਿਰਾਂ ਨੂੰ ਆਪਸੀ ਬਖਰੇਵੇਂ ਛੱਡ ਕੇ ਇਕਜੁੱਟ ਹੋ ਜਾਣਾ ਚਾਹੀਦਾ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਦਾ ਵਾਪਰ ਜਾਣਾ ਸਿੱਖਾਂ ਦੇ ਸਬਰ ਦਾ ਭਿਆਨਕ ਅੰਤ ਹੈ, ਖਤਰਨਾਕ ਸਿਖਰ ਹੈ, ਇਹ ਕਿਹਾ ਜਥੇਦਾਰ ਨੇ। ਕਹਿੰਦੇ ਰੂਹਾਨੀ ਸਥਾਨ ਸਿੱਖਾਂ ਨੂੰ ਆਪਣੀ ਜਾਨ ਤੋਂ ਵੀ ਵੱਧ ਕੇ ਪਿਆਰਾ ਹੈ ਤੇ ਕੁਝ ਤਾਕਤਾਂ ਸਿੱਖਾਂ ਤੇ ਸਿਧਾਂਤਿਕ ਅਤੇ ਸਰੀਰਕ ਪੱਖੋਂ ਹਮਲੇ ਕਰ ਰਹੀਆਂ ਨੇ ਤੇ ਇਹਨਾਂ ਹਮਲਿਆਂ ਨੂੰ ਰੋਕਣ ਦੇ ਲਈ ਸਿੱਖ ਕੌਮ ਦਾ ਇਕੱਠੇ ਹੋਣਾ ਜ਼ਰੂਰੀ ਹੈ। ਜਥੇਦਾਰ ਨੇ 2 ਵਾਰੀ ਇਹ ਗੱਲ ਕਹੀ ਹੈ ਕਿ ਸਿੱਖ ਕੌਮ ਨੂੰ ਤੁਰੰਤ ਜਾਗਣਾ ਜ਼ਰੂਰੀ ਹੈ। ਸਿੱਖਾਂ ਨੇ ਹਰ ਤਰ੍ਹਾਂ ਦੇ ਰਾਜਨੀਤਿਕ, ਵਿਚਾਰਕ ਅਤੇ ਜਾਤੀ ਮਤਭੇਦਾਂ ਤੋਂ ਉੱਤੇ ਉੱਠ ਕੇ ਪਿਛਲੇ ਸਮੇਂ ਦੌਰਾਨ ਵੀ ਸ਼ਹੀਦੀਆਂ ਦਿੱਤੀਆਂ ਨੇ ਤੇ ਹੁਣ ਵੀ ਸਿੱਖਾਂ ਨੂੰ ਆਪਣੇ ਸਾਰੇ ਜਿਹੜੇ ਮਤਭੇਦ ਤਿਆਗ ਕੇ ਸਿਆਸੀ ਤੌਰ ਤੇ ਜਾਂ ਫਿਰ ਸਿਧਾਂਤਕ ਤੌਰ ਤੇ ਇਕੱਠੇ ਹੋਣਾ ਚਾਹੀਦਾ ਹੈ। ਜਥੇਦਾਰ ਨੇ ਕਿਹਾ ਕਿ ਜੇ ਸਾਡੀਆਂ ਸੰਸਥਾਵਾਂ ਦੀ ਹੋਂਦ ਖਤਰੇ ਦੇ ਵਿੱਚ ਪੈ ਗਈ ਤਾਂ ਸਾਡੀ ਰੂਹਾਨੀ ਅਤੇ ਰਾਜਨੀਤਿਕ ਅਜ਼ਮਤ ਵੀ ਸੁਰੱਖਿਅਤ ਨਹੀਂ ਰਹਿ ਸਕੇਗੀ। ਪਿਛਲੇ ਸਾਲਾਂ ਤੋਂ ਲਗਾਤਾਰ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਵੀ ਇਸੇ ਹੀ ਚੁਣੌਤੀਪੂਰਨ ਵਰਤਾਰੇ ਦਾ ਇੱਕ ਹਿੱਸਾ ਹਨ। ਸਿੱਖਾਂ ਦੀ ਜਿੰਦ ਜਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੱਕ ਬੇਅਦਬੀ ਦੀ ਘਟਨਾ ਦਾ ਵਾਪਰ ਜਾਣਾ ਸਿੱਖਾਂ ਦੇ ਸਬਰ ਦਾ ਅੰਤ ਵੇਖਣ ਦਾ ਇੱਕ ਖਤਰਨਾਕ ਤੇ ਭਿਆਨਕ ਸਿਖਰ ਹੈ। ਸਿੱਖਾਂ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਉੱਪਰ ਕੁਝ ਵੀ ਨਹੀਂ ਹੈ। ਜਦੋਂ ਹਮਲਾਵਰ ਸ੍ਰੀ ਹਰਿਮੰਦਰ ਸਾਹਿਬ ਤੱਕ ਪਹੁੰਚ ਗਏ ਤਾਂ ਕੌਮ ਨੂੰ ਤੁਰੰਤ ਜਾਗਣਾ ਬੇਹੱਦ ਜ਼ਰੂਰੀ ਹੈ। ਇਸ ਲਈ ਸਮੁੱਚੀਆਂ ਸਿੱਖ ਜਥੇਬੰਦੀਆਂ, ਰਾਜਨੀਤਿਕ ਦਲਾਂ, ਧਾਰਮਿਕ, ਸਮਾਜਿਕ ਤੇ ਸਿੱਖਿਆ ਸੰਸਥਾਵਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਪੀਲ ਹੈ ਕਿ ਉਹ ਮੌਜੂਦਾ ਪੰਥਕ ਹਾਲਾਤਾਂ ਦੇ ਮੱਦੇਨਜ਼ਰ ਹਰ ਤਰ੍ਹਾਂ ਦੇ ਰਾਜਸੀ, ਵਿਚਾਰਕ ਤੇ ਜਾਤੀ ਭੇਦ, ਮਤਭੇਦ, ਵਖਰੇਵਿਆਂ ਨੂੰ ਪਾਸੇ ਰੱਖ ਕੇ ਇੱਕ ਖਾਲਸਾਈ ਨਿਸ਼ਾਨ ਸਾਹਿਬ ਹੇਠਾਂ ਇਕੱਤਰ ਹੋਣ ਤਾਂ ਜੋ ਸਿੱਖ ਪੰਥ ਵਿਖੜੇ ਹਾਲਾਤਾਂ ਵਿੱਚੋਂ ਇੱਕ ਵਾਰ ਮੁੜ ਕੋਠਾਲੀ 'ਚੋਂ ਕੁੰਦਨ ਵਾਂਗੂ ਚਮਕ ਕੇ ਉੱਭਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਿਰਜੇ ਮਨੁੱਖਤਾ ਦੇ ਭਲੇ ਤੇ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਸੰਘਰਸ਼ ਦੇ ਆਦਰਸ਼ਾਂ ਨੂੰ ਆਪਣੇ ਨੇਕ ਅਮਲਾਂ ਦੁਆਰਾ ਸੰਸਾਰ ਦੇ ਵਿੱਚ ਸਥਾਪਿਤ ਕਰ ਸਕੇ। ਮੈਂ ਇਹੋ ਹੀ ਸਮੁੱਚੀਆਂ ਸਿੱਖ ਜਥੇਬੰਦੀਆਂ, ਰਾਜਨੀਤਿਕ ਧਿਰਾਂ, ਸੰਪਰਦਾਵਾਂ, ਸੰਸਥਾਵਾਂ ਸਭ ਨੂੰ ਇਹੋ ਹੀ ਅਪੀਲ ਕਰਦਾ ਹਾਂ ਕਿ ਆਓ ਸਾਰੇ ਇਕੱਠੇ ਹੋਈਏ, ਰਲ ਮਿਲ ਕੇ ਬਈਏ ਤੇ ਮੌਜੂਦਾ ਸਮੇਂ ਦੇ ਦੌਰਾਨ ਜੋ ਸਾਡੇ ਲਈ ਚੁਣੌਤੀਆਂ ਨੇ
ਉਹਨਾਂ ਦਾ ਅਸੀਂ ਡਟ ਕੇ ਮੁਕਾਬਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਥੇਦਾਰ ਹਰਪ੍ਰੀਤ ਸਿੰਘ ਦੇ ਇਸ ਬਿਆਨ ਨੂੰ ਜਦੋਂ ਬਹੁਤ ਹੀ ਡੂੰਘੇ ਤਰੀਕੇ ਦੇ ਨਾਲ ਤੁਸੀਂ ਪੜ੍ਹਦੇ ਹੋ ਤਾਂ ਇਹ ਸੰਕੇਤ ਮਿਲਦੇ ਨੇ ਕਿ ਕੱਲ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਪਰਚਾ ਦਰਜ ਹੁੰਦਾ ਹੈ ਤੇ ਉਸ ਤੋਂ ਦੂਸਰੇ ਦਿਨ ਜਥੇਦਾਰ ਸਾਹਿਬ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਜਾਂਦਾ ਹੈ ਉਸ ਦੇ ਵਿੱਚ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਸਾਡੀ ਰੂਹਾਨੀ ਤੇ ਰਾਜਨੀਤਿਕ ਅਜ਼ਮਤ ਸੁਰੱਖਿਅਤ ਨਹੀਂ ਰਹਿ ਸਕੇਗੀ, ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਇੱਕ ਨਿਸ਼ਾਨ ਸਾਹਿਬ ਥੱਲੇ ਸਾਰੀਆਂ ਧਿਰਾਂ ਨੂੰ ਇਕੱਠੇ ਹੋਣ ਦੀ ਲੋੜ ਹੈ, ਚਾਹੇ ਉਹ ਸਿਆਸੀ ਹੋਣ, ਧਾਰਮਿਕ ਹੋਣ ਜਾਂ ਫਿਰ ਜਿਹੜਾ ਹੋਰ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਤੇ ਜਥੇਦਾਰ ਸਾਹਿਬ ਦੇ ਇਸ ਬਿਆਨ ਦੇ ਕਈ ਮਾਇਨੇ ਵੀ ਨਿਕਲਦੇ ਨੇ ਕਿਉਂਕਿ ਜਥੇਦਾਰ ਸਾਹਿਬ ਦਾ ਬਿਆਨ ਉਸ ਮੀਟਿੰਗ ਤੋਂ ਪਹਿਲਾਂ ਹੀ ਆ ਗਿਆ ਹੈ। ਜਿਸ ਦਿਨ ਬੇਅਦਬੀ ਹੋਈ ਸੀ ਉਸ ਤੋਂ ਦੂਸਰੇ ਦਿਨ ਜਥੇਦਾਰ ਨੇ ਕਿਹਾ ਸੀ ਕਿ 5 ਸਿੰਘ ਸਾਹਿਬਾਨਾਂ ਦੀ ਬੈਠਕ ਹੋਣੀ ਹੈ ਤੇ ਉਦੋਂ ਫਿਰ ਅਸੀਂ ਕੌਮ ਦੇ ਨਾਮ ਕੋਈ ਸੰਦੇਸ਼ ਜਾਰੀ ਕਰਾਂਗੇ, ਪਰ ਹਲੇ ਉਹ ਬੈਠਕ ਹੋਣੀ ਹੈ। ਉਸ ਤੋਂ ਪਹਿਲਾਂ ਹੀ ਜਥੇਦਾਰ ਦਾ ਇਹ ਬਿਆਨ ਆਇਆ ਜਿਹੜਾ ਉਹ ਤੇ ਕਈ ਤਰ੍ਹਾਂ ਦੇ ਸ਼ੰਕੇ ਵੀ ਖੜੇ ਹੁੰਦੇ ਨੇ। ਅਗਲੀ ਖਬਰ ਹੈ ਕਿ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਲੰਬੇ ਸਮੇਂ ਤੋਂ ਬੰਦ ਸਿੱਖਾਂ ਦੀ ਰਿਹਾਈ ਦੇ ਲਈ 11 ਜਨਵਰੀ ਨੂੰ ਗਵਰਨਰ ਹਾਊਸ ਤੱਕ ਮਾਰਚ ਕੱਢਿਆ ਜਾਵੇਗਾ। ਇਹ ਮਾਰਚ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗਾ। ਮਾਰਚ ਦਾ ਪ੍ਰਬੰਧ ਅਕਾਲ ਯੂਥ ਹਵਾਰਾ ਕਮੇਟੀ, ਜਥਾ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਵੱਲੋਂ ਕੀਤਾ ਜਾਵੇਗਾ। ਹਵਾਰਾ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਨੇ ਇੱਕ ਬਿਆਨ ਰਾਹੀਂ ਸੰਗਤਾਂ ਨੂੰ ਵੱਡੀ ਗਿਣਤੀ ਦੇ ਵਿੱਚ ਵਾਹਨਾਂ ਰਾਹੀਂ ਇਸ ਮਾਰਚ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾ ਸਕੇ ਕਿ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਸਿੱਖ ਸਿਆਸੀ ਕੈਦੀ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਫਿਰ ਵੀ ਇਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ। ਕੱਚੇ ਅਧਿਆਪਕਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੱਕੇ ਹੋਣ ਦੀ ਮੁੱਖ ਮੰਗ ਹੈ ਇਹਨਾਂ ਦੀ। ਇਸ ਨੂੰ ਲੈ ਕੇ ਖਰੜ ਮੁਹਾਲੀ ਹਾਈਵੇ ਜਾਮ ਕੀਤਾ ਗਿਆ ਹੈ। ਪਹਿਲਾਂ ਕੱਚੇ ਅਧਿਆਪਕ ਯੂਨੀਅਨ ਦੇ ਵੱਲੋਂ ਮੁਹਾਲੀ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਪਿਛਲੇ 6 ਮਹੀਨਿਆਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਜੂਨ ਦੇ ਵਿੱਚ ਧਰਨਾ ਸ਼ੁਰੂ ਹੋਇਆ ਸੀ, 6 ਮਹੀਨੇ ਬੀਤ ਚੁੱਕੇ ਨੇ ਪਰ ਹਾਲੇ ਤੱਕ ਚੰਨੀ ਸਰਕਾਰ ਨੇ ਕੋਈ ਮੰਗ ਜਿਹੜੀ ਉਹ ਨਹੀਂ ਮੰਨੀ ਹੈ। ਬੈਠਕਾਂ ਬਹੁਤ ਕੀਤੀਆਂ ਨੇ, ਭਰੋਸੇ ਵੀ ਦਿੱਤੇ ਗਏ ਪਰ ਹਾਲੇ ਕੋਈ ਮੰਗ ਹੈ ਜਿਹੜੀ ਉਹ ਸਿਰੇ ਨਹੀਂ ਚੜੀ। ਇਸ ਕਰਕੇ ਇਹਨਾਂ ਨੇ ਹੁਣ ਸੜਕ ਤੇ ਬਹਿ ਕੇ ਧਰਨਾ ਲਾਉਣ ਦਾ ਮਨ ਬਣਾਇਆ ਹੈ ਤੇ ਮਜਬੂਰੀ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਦਿਨ ਰਾਤ ਸੜਕਾਂ ਤੇ ਕੱਟਣ ਲਈ ਮਜਬੂਰ ਨੇ। ਅਧਿਆਪਕਾਂ ਦਾ ਕਹਿਣਾ ਹੈ ਕਿ ਪੂਰੀ ਯੋਗਤਾ ਹੋਣ ਦੇ ਬਾਵਜੂਦ ਸਾਨੂੰ ਪਿਛਲੇ 18 ਸਾਲਾਂ ਤੋਂ 2500 3500 ਤੇ ਵੱਧ ਤੋਂ ਵੱਧ 6000 ਤਨਖਾਹਾਂ ਤੇ ਕੰਮ ਕਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਇੰਨੀ ਕੁ ਤਨਖਾਹ ਦੇ ਨਾਲ ਗੁਜ਼ਾਰਾ ਬਿਲਕੁਲ ਵੀ ਨਹੀਂ ਹੋ ਸਕਦਾ। ਇਸ ਲਈ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ 5 ਅਧਿਆਪਕ ਯੂਨੀਅਨਾਂ ਇਕੱਠੀਆਂ ਹੋ ਕੇ ਅਣਮਿੱਥੇ ਸਮੇਂ ਦੇ ਲਈ ਖਰੜ ਮੁਹਾਲੀ ਹਾਈਵੇ ਤੇ ਧਰਨਾ ਲਾ ਕੇ ਬਹਿ ਗਈਆਂ ਨੇ। ਹੁਣ ਦੇਖੋ ਅੱਗੇ ਸਰਕਾਰ, ਹਾਲੇ ਤੱਕ ਤਾਂ ਕੋਈ ਨੁਮਾਇੰਦਾ ਪਹੁੰਚਣ ਦੀ ਖਬਰ ਸਾਨੂੰ ਨਹੀਂ ਮਿਲੀ ਸੀ, ਖਬਰ ਪੜੇ ਜਾਣ ਤੱਕ। ਹੁਣ ਦੇਖੋ ਅੱਗੇ ਕੀ ਹੁੰਦਾ ਹੈ। ਯੂਥ ਅਕਾਲੀ ਦਲ ਦੇ ਵੱਲੋਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ ਉਸ ਦੇ ਖਿਲਾਫ ਅੰਦੋਲਨ ਵਿੱਢ ਦਿੱਤਾ ਗਿਆ ਹੈ। ਯੂਥ ਅਕਾਲੀ ਦਲ ਨੇ 24 ਦਸੰਬਰ ਨੂੰ ਪੁਲਿਸ ਮੁਖੀਆਂ ਦੇ ਦਫ਼ਤਰਾਂ ਦਾ ਜ਼ਿਲ੍ਹਾ ਪੱਧਰੀ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮ ਬੰਸ ਸਿੰਘ ਬੰਟੀ ਰੋਮਾਣਾ ਨੇ ਪ੍ਰੈਸ ਕਾਨਫਰੰਸ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਉਹਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਦਾਇਤ ਉੱਤੇ ਸਰਕਾਰ ਦੇ ਉੱਚ ਅਫਸਰਾਂ ਦੇ ਵੱਲੋਂ ਮਜੀਠੀਆ ਖਿਲਾਫ ਦਰਜ ਕੀਤੇ ਗਏ ਪਰਚੇ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ। ਕਿਸਾਨ ਮੋਰਚਾ ਫਤਿਹ ਹੋਣ ਤੋਂ ਬਾਅਦ ਵੀ ਪੰਜਾਬ ਦੇ ਕਿਸਾਨਾਂ ਦੇ ਮਨਾਂ ਵਿੱਚ ਬੀਜੇਪੀ ਦੇ ਲਈ ਜਿਹੜਾ ਰੋਸ ਸੀ ਉਹ ਨਹੀਂ ਘਟ ਰਿਹਾ। ਬੀਜੇਪੀ ਪ੍ਰਤੀ ਗੁੱਸਾ ਨਹੀਂ ਘਟਦਾ ਦਿਖਾਈ ਦੇ ਰਿਹਾ। ਬੰਗਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬੰਗਾ ਦੇ ਐਲੀਵੇਟਡ ਰੋਡ ਤੇ ਹੇਠਾਂ ਬਣੇ ਪਿਲਰਾਂ ਦੇ ਉੱਤੇ ਯੂਨਾਈਟਿਡ ਕਿਸਾਨ ਮੋਰਚੇ ਦੇ ਲੀਡਰਾਂ ਨੇ ਬੀਜੇਪੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਅਤੇ ਵੋਟ ਫਾਰ ਬੀਜੇਪੀ ਦੇ ਇਸ਼ਤਿਹਾਰਾਂ ਤੇ ਕਾਲੇ ਰੰਗ ਨਾਲ ਪੇਂਟ ਕਰ ਦਿੱਤਾ। ਯੂਨਾਈਟਿਡ ਕਿਸਾਨ ਮੋਰਚੇ ਦੇ ਲੀਡਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਪੁਲ ਦੇ ਪਿਲਰਾਂ ਤੇ ਲੱਗੇ ਚੋਣ ਨਿਸ਼ਾਨ ਹਟਾਏ ਜਾਣ, ਪਰ ਜਦੋਂ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਕਿਸਾਨਾਂ ਨੇ ਖੁਦ ਹੀ ਪਿਲਰਾਂ ਤੇ ਲੱਗੇ ਕਮਲ ਦੇ ਫੁੱਲਾਂ ਦੇ ਨਿਸ਼ਾਨਾਂ ਨੂੰ ਕਾਲੀ ਸਿਆਹੀ ਦੇ ਨਾਲ ਮਿਟਾਉਣਾ ਸ਼ੁਰੂ ਕਰ ਦਿੱਤਾ। ਦੇਰ ਸ਼ਾਮ ਤੱਕ ਪਿਲਰਾਂ ਨੂੰ ਸਾਫ਼ ਕਰਨ ਦਾ ਕੰਮ ਜਾਰੀ ਰਿਹਾ। ਕਿਸਾਨ ਲੀਡਰ ਓਮਕਾਰ ਸਿੰਘ ਕਾਲੀ ਚੱਕਾ ਨੇ ਕਿਹਾ ਕਿ ਅਸੀਂ ਅੱਜ ਤੱਕ ਕਿਸਾਨ ਮੋਰਚੇ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਨਹੀਂ ਭੁੱਲੇ, ਜਿਸ ਦਾ ਕਾਰਨ ਬੀਜੇਪੀ ਦੀ ਸਰਕਾਰ ਹੈ। ਉਹਨਾਂ ਕਿਹਾ ਕਿ ਬੀਜੇਪੀ ਨੇ ਕਾਨੂੰਨ ਰੱਦ ਕਰਨ ਤੋਂ ਬਾਅਦ ਹੁਣ ਸ਼ਹਿਰਾਂ ਦੇ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਵਿੱਚ ਮਜ਼ਦੂਰਾਂ ਦੇ ਸਸ਼ਕਤੀਕਰਨ ਅਤੇ ਉਹਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ 2022-23 ਦੇ ਲਈ ਸੂਬੇ ਦੀਆਂ ਏਜੰਸੀਆਂ ਦੇ ਕੰਮ ਲਈ ਲੇਬਰ ਸਿੱਧੇ ਤੌਰ ਤੇ ਵਰਕਰ ਮੈਨੇਜਮੈਂਟ ਤੋਂ ਮੰਗੀ ਜਾ ਸਕਦੀ ਹੈ। ਇਸ ਦਾ ਭੁਗਤਾਨ ਸਿੱਧਾ ਉਹਨਾਂ ਨੂੰ ਹੀ ਕੀਤਾ ਜਾਏਗਾ। ਨਾਲ ਹੀ ਜਿਹੜੀ ਵੈਬਸਾਈਟ ਹੈ eproc.punjab.gov.in ਇਹਦੇ ਰਾਹੀਂ ਲੇਬਰ ਕੰਮਾਂ ਦੇ ਪੁਰਸਕਾਰ ਲਈ ਸਿੱਧੇ ਤੌਰ ਤੇ
23 ਦਸੰਬਰ ਤੱਕ ਅਰਜ਼ੀਆਂ ਵੀ ਮੰਗੀਆਂ ਨੇ। ਸੋ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਗੜਸ਼ੰਕਰ ਤੋਂ ਖਬਰ ਹੈ, ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਰੋੜੀ ਦੀ ਕਾਰ ਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਲੰਘੀ ਰਾਤ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਵਿਧਾਇਕ ਰੋੜੀ ਨੇ ਦੱਸਿਆ ਕਿ ਰਾਤ ਨੂੰ ਕਰੀਬ 11:40 ਤੇ ਉਹ ਆਪਣੇ ਗਨਮੈਨ ਤੇ ਡਰਾਈਵਰ ਦੇ ਨਾਲ ਬੰਗਾ ਰੋਡ ਵਾਲੇ ਪਾਸਿਓਂ ਜਾ ਰਹੇ ਸੀ। ਜਦੋਂ ਉਹ ਗੁਰਦੁਆਰਾ ਸ਼ਹੀਦਾਂ ਤੇ ਨਿਰੰਕਾਰੀ ਭਵਨ ਦੇ ਵਿਚਾਲੇ ਪਹੁੰਚੇ ਤਾਂ ਗੱਡੀ ਦੀ ਰਫ਼ਤਾਰ ਬਹੁਤ ਹੌਲੀ ਸੀ ਤਾਂ ਇੱਕ ਵਿਅਕਤੀ ਨੇ ਕਿਰਪਾਨ ਦੇ ਨਾਲ ਉਹਨਾਂ ਦੀ ਗੱਡੀ ਤੇ ਹਮਲਾ ਕਰ ਦਿੱਤਾ। ਸ਼ੀਸ਼ਾ ਟੁੱਟ ਗਿਆ ਸੀ। ਦੂਸਰੇ ਪਾਸੇ ਵੀ ਇਸੇ ਤਰ੍ਹਾਂ ਹਮਲਾ ਕੀਤਾ ਗਿਆ। ਹਮਲਾ ਹੋਣ ਤੋਂ ਬਾਅਦ ਉਹਨਾਂ ਨੇ ਪੁਲਿਸ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ। ਵਿਧਾਇਕ ਨੇ ਹਮਲਾ ਲੁੱਟ ਖੋਹ ਕਰਨ ਦੀ ਮਨਸ਼ਾ ਦੇ ਨਾਲ ਕੀਤੇ ਜਾਣ ਦੀ ਸੰਭਾਵਨਾ ਜਤਾਈ ਹੈ। ਕਿਸਾਨਾਂ ਤੋਂ ਮਾਫੀ ਮੰਗਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਬੁੱਧਵਾਰ ਨੂੰ ਵੀ ਮੁੰਬਈ ਪੁਲਿਸ ਦੇ ਅੱਗੇ ਪੇਸ਼ ਨਹੀਂ ਹੋਈ। ਕਿਸਾਨੀ ਅੰਦੋਲਨ ਨੂੰ ਕਥਿਤ ਤੌਰ ਤੇ ਇੱਕ ਵੱਖਵਾਦੀ ਗਰੁੱਪ ਦੇ ਨਾਲ ਜੋੜਨ ਸੰਬੰਧੀ ਸੋਸ਼ਲ ਮੀਡੀਆ ਤੇ ਕੀਤੀ ਗਈ ਇੱਕ ਟਿੱਪਣੀ ਦੇ ਕਾਰਨ ਕੰਗਣਾ ਦੇ ਖਿਲਾਫ ਲੰਘੇ ਮਹੀਨੇ ਪਰਚਾ ਦਰਜ ਕੀਤਾ ਗਿਆ ਸੀ। ਇਹ ਪਰਚਾ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਸਿੱਖ ਜਥੇਬੰਦੀ ਦੇ ਵੱਲੋਂ ਦਰਜ ਕਰਵਾਇਆ ਗਿਆ ਸੀ। ਪੁਲਿਸ ਨੇ ਕੰਗਣਾ ਤੋਂ ਸਵਾਲ ਪੁੱਛਣ ਦੇ ਲਈ ਉਸ ਨੂੰ ਇਸੇ ਮਹੀਨੇ ਦੇ ਸ਼ੁਰੂ ਦੇ ਵਿੱਚ ਨੋਟਿਸ ਜਾਰੀ ਕੀਤਾ ਸੀ ਤੇ ਉਸ ਦੇ ਵਕੀਲ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਕੰਗਣਾ 22 ਦਸੰਬਰ ਨੂੰ ਖਾਰ ਪੁਲਿਸ ਦੇ ਮੂਹਰੇ ਪੇਸ਼ ਹੋਵੇਗੀ ਤੇ ਹੁਣ ਉਸ ਦੇ ਵਕੀਲ ਨੇ ਨਵੀਂ ਮਿਤੀ ਨਿਰਧਾਰਿਤ ਕਰਨ ਦੀ ਅਪੀਲ ਕੀਤੀ ਹੈ, ਜਦੋਂ 22 ਦਸੰਬਰ ਨੂੰ ਵੀ ਪੁਲਿਸ ਦੇ ਮੂਹਰੇ ਪੇਸ਼ ਨਹੀਂ ਹੋਈ। ਫਾਜ਼ਿਲਕਾ ਤੋਂ ਖਬਰ ਹੈ, ਜਿੱਥੇ ਭਾਰਤ ਪਾਕਿਸਤਾਨ ਸਰਹੱਦ ਤੇ BSF ਦੀ 52 ਬਟਾਲੀਅਨ ਦੇ ਜਵਾਨਾਂ ਨੇ ਅਬੋਰ ਸੈਕਟਰ ਦੀ ਇੱਕ BOP ਤੋਂ 4 ਮੈਗਜ਼ੀਨ, 2 ਪਿਸਤੌਲ ਤੇ 1 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਦੇ ਵਿੱਚ ਕਰੋੜਾਂ ਰੁਪਏ ਦੱਸੀ ਗਈ ਹੈ ਤੇ BSF ਨੂੰ ਇਹ ਕਾਮਯਾਬੀ ਤਲਾਸ਼ੀ ਮੁਹਿੰਮ ਦੇ ਦੌਰਾਨ ਮਿਲੀ ਹੈ। ਕੋਰੋਨਾ ਵਾਇਰਸ ਦੇ ਨਾਲ ਜੁੜੀਆਂ ਦੋ ਜਾਣਕਾਰੀਆਂ ਤੁਹਾਨੂੰ ਹੋਰ ਵੀ ਦੱਸ ਦਿੰਦੇ ਹਾਂ। ਇੱਕ ਤਾਂ ਸਭ ਤੋਂ ਪਹਿਲੀ ਖਬਰ ਅਸੀਂ ਤੁਹਾਨੂੰ ਦੱਸਿਆ ਸੀ, ਪੰਜਾਬ ਸਰਕਾਰ ਨੇ ਜਿਹੜਾ ਹੁਕਮ ਚਾੜਿਆ ਕਿ ਜਿਹੜੇ ਸਰਕਾਰੀ ਮੁਲਾਜ਼ਮਾਂ ਨੇ ਟੀਕਾ ਨਹੀਂ ਲਵਾਇਆ ਉਹਨਾਂ ਨੂੰ ਤਨਖਾਹ ਨਹੀਂ ਮਿਲੂਗੀ ਤੇ ਹੁਣ ਹਰਿਆਣਾ ਤੋਂ ਵੀ ਖਬਰ ਆ ਗਈ ਹੈ। ਇੱਥੋਂ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ਼ ਨਹੀਂ ਲਵਾਈ ਹੋਈ ਉਹਨਾਂ ਨੂੰ 1 ਜਨਵਰੀ 2022 ਤੋਂ ਜਨਤਕ ਥਾਂ ਜਿਵੇਂ ਰੈਸਟੋਰੈਂਟ, ਮਾਲਸ, ਬੈਂਕਾਂ ਤੇ ਦਫ਼ਤਰਾਂ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਏਗਾ। ਉਹਨਾਂ ਕਿਹਾ ਕਿ ਕੋਰੋਨਾ ਦਾ ਜਿਹੜਾ ਨਵਾਂ ਸਰੂਪ ਓਮੀਕਰੋਨ ਹੈਗਾ, ਉਸ ਤੋਂ WHO ਸਣੇ ਪੂਰਾ ਜਿਹੜਾ ਵਿਸ਼ਵ ਹੈ ਉਹ ਚਿੰਤਤ ਹੈ, ਪੂਰੀ ਦੁਨੀਆ ਚਿੰਤਤ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮਾਸਕ ਨਾ ਪਹਿਨਣ ਵਾਲਿਆਂ ਨੂੰ ਵੀ 500 ਰੁਪਏ ਜੁਰਮਾਨਾ ਕੀਤਾ ਜਾਏਗਾ। ਸੋ ਜਿਹੜੇ ਹਰਿਆਣਾ ਦੇ ਵਿੱਚ ਰਹਿੰਦੇ ਲੋਕ ਨੇ ਉਹ ਜ਼ਰੂਰ ਸੁਣ ਲੈਣ, ਜਿਨ੍ਹਾਂ ਨੇ ਦੂਜੀ ਡੋਜ਼ ਨਹੀਂ ਲਵਾਈ ਹੋਈ ਉਹਨਾਂ ਨੂੰ ਰੈਸਟੋਰੈਂਟ, ਮਾਲ ਤੇ ਬੈਂਕਾਂ ਤੇ ਹੋਰ ਦਫ਼ਤਰਾਂ, ਸਰਕਾਰੀ ਦਫ਼ਤਰਾਂ ਦੇ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਜਾਏਗਾ। ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਹਰਿਆਣੇ ਦੇ ਵਿੱਚ ਉਹਨਾਂ ਨੂੰ 500 ਰੁਪਏ ਦਾ ਜੁਰਮਾਨਾ ਲੱਗੇਗਾ। ਤੇ ਇਸ ਦੇ ਨਾਲ ਹੀ UK ਤੋਂ ਇੱਕ ਖਬਰ ਆ ਰਹੀ ਹੈ ਕੋਵਿਡ ਦੇ ਨਾਲ ਹੀ ਜੁੜੀ ਹੋਈ। ਇੰਗਲੈਂਡ ਦੇ ਵਿੱਚ ਜਿਹੜੇ ਲੋਕਾਂ ਨੇ ਕਰੋਨਾ ਪੋਜ਼ਿਟਿਵ ਹੋਣ ਕਰਕੇ ਆਪਣੇ ਆਪ ਨੂੰ ਕੁਆਰੰਟਾਈਨ ਕੀਤਾ ਹੋਇਆ, ਇਕਾਂਤਵਾਸ ਕੀਤਾ ਹੋਇਆ, ਉਹਨਾਂ ਨੂੰ ਹੁਣ 10 ਦਿਨ ਦੀ ਥਾਂ ਸਿਰਫ 7 ਦਿਨ ਹੀ ਇਕਾਂਤਵਾਸ ਦੇ ਵਿੱਚ ਰਹਿਣਾ ਪਏਗਾ। UK ਦੇ ਸਿਹਤ ਸਕੱਤਰ ਸਾਜਿਦ ਜਾਵੇਦ ਨੇ ਇਹ ਐਲਾਨ ਕੀਤਾ ਹੈ। ਇਸ ਦੌਰਾਨ ਇਹਨਾਂ ਵਿਅਕਤੀਆਂ ਨੂੰ ਆਪਣੇ ਇਕਾਂਤਵਾਸ ਦੇ 6ਵੇਂ ਤੇ 7ਵੇਂ ਦਿਨ ਲੇਟਰਲ ਫਲੋ ਟੈਸਟ ਯਾਨੀ ਕਿ LFT ਦੀਆਂ 2 ਨੈਗੇਟਿਵ ਰਿਪੋਰਟਾਂ ਵੀ ਦੇਣੀਆਂ ਪੈਣਗੀਆਂ। ਸੋ ਇਸ ਤਰ੍ਹਾਂ ਦੇ ਜਿਹੜੇ ਕਰੋਨਾ ਦੇ ਨਾਲ ਜੁੜੇ ਨਵੇਂ-ਨਵੇਂ ਐਲਾਨ ਉਹ ਸਾਹਮਣੇ ਆ ਰਹੇ ਨੇ ਪੂਰੀ ਦੁਨੀਆ ਤੋਂ। ਪੰਜਾਬ ਤੇ ਹਰਿਆਣਾ ਤੋਂ ਵੀ ਨਵੀਆਂ ਹਦਾਇਤਾਂ ਨੇ ਜਿਹੜੀਆਂ ਉਹ ਆਪਾਂ ਸੁਣੀ ਲਈਆਂ ਨੇ। ਉੱਤਰਾਖੰਡ ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਪੈਣ ਵਾਲੀਆਂ ਨੇ ਅਤੇ ਇਸੇ ਦਰਮਿਆਨ ਕਾਂਗਰਸ ਪਾਰਟੀ ਦੇ ਮੁੱਖ ਚੋਣ ਪ੍ਰਚਾਰਕ ਹਰੀਸ਼ ਰਾਵਤ ਜਿਹੜੇ ਕਿ ਪਹਿਲਾਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹੁੰਦੇ ਸੀ, ਉਹਨਾਂ ਨੇ ਆਪਣੀ ਹੀ ਪਾਰਟੀ ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ ਹੈ। ਹਿੰਦੀ ਦੇ ਵਿੱਚ ਟਵੀਟ ਕੀਤਾ ਹਰੀਸ਼ ਰਾਵਤ ਨੇ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਵਧੇਰੇ ਥਾਵਾਂ ਤੇ ਸਹਿਯੋਗ ਦੇਣ ਦੀ ਥਾਂ ਪਾਸਾ ਮੋੜ ਕੇ ਖੜਾ ਹੋ ਜਾਂਦਾ ਹੈ ਜਾਂ ਫਿਰ ਨੈਗੇਟਿਵ ਰੋਲ ਅਦਾ ਕਰਦਾ ਹੈ। ਅਜਿਹੇ ਹਾਲਾਤ ਦੇ ਵਿੱਚ ਚੋਣਾਂ ਰੂਪੀ ਸਮੁੰਦਰ ਨੂੰ ਕਿਵੇਂ ਪਾਰ ਕਰਾਂਗੇ। ਉਹਨਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਮੈਂ ਆਰਾਮ ਕਰਾਂ। ਉੱਤਰਾਖੰਡ ਵਿੱਚ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਚੋਣਾਂ ਹੋਣੀਆਂ ਜਿਵੇਂ ਪੰਜਾਬ ਦੇ ਵਿੱਚ ਹੋਣੀਆਂ ਤੇ ਕਾਂਗਰਸ ਇਸ ਪਹਾੜੀ ਸੂਬੇ ਦੇ ਵਿੱਚ ਮੁੜ ਸੱਤਾ ਤੇ ਕਾਬਜ਼ ਹੋਣਾ ਚਾਹੁੰਦੀ ਹੈ, ਪਰ ਲੱਗਦਾ ਇੱਥੇ ਵੀ ਅੰਦਰੂਨੀ ਕਲੇਸ਼ ਸ਼ੁਰੂ ਹੋ ਗਿਆ। ਭਾਰਤ ਨੇ ਓਡੀਸ਼ਾ ਦੇ ਤੱਟੀ ਇਲਾਕੇ ਤੇ ਬੁੱਧਵਾਰ ਨੂੰ ਬੈਲਿਸਟਿਕ ਮਿਜ਼ਾਈਲ ਪ੍ਰਲਯ ਦਾ ਸਫਲ ਪ੍ਰੀਖਣ ਕੀਤਾ ਹੈ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ DRDO ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਆਮਦਨ ਕਰ ਵਿਭਾਗ ਨੇ ਦੇਸ਼ ਭਰ ਦੇ ਵਿੱਚ ਚੀਨ ਦੀਆਂ ਮੋਬਾਈਲ ਫੋਨ ਕੰਪਨੀਆਂ ਦੇ ਦਫ਼ਤਰਾਂ ਤੇ ਛਾਪੇਮਾਰੀ ਵਿੱਢ ਦਿੱਤੀ ਹੈ। ਸੂਤਰਾਂ ਦੇ ਮੁਤਾਬਿਕ ਇਹਨਾਂ ਸਮਾਰਟਫੋਨ ਕੰਪਨੀਆਂ ਦੇ ਵੱਲੋਂ ਟੈਕਸ ਬਚਾਉਣ ਦੇ ਲਈ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ, ਜਿਸ ਕਰਕੇ ਕਈ ਕੰਪਨੀਆਂ ਜਾਂਚ ਏਜੰਸੀਆਂ ਦੇ ਰਡਾਰ ਤੇ ਸਨ। ਇਹਨਾਂ ਦੇ ਵਿੱਚ ਆਮਦਨ ਕਰ ਵਿਭਾਗ ਵੀ ਸ਼ਾਮਿਲ ਹੈ। ਇਸ ਦੌਰਾਨ ਓਪੋ ਕੰਪਨੀ ਦਾ ਕਹਿਣਾ ਹੈ ਕਿ ਉਹ ਆਮਦਨ ਕਰ ਅਥਾਰਟੀ ਦੇ ਨਾਲ ਸਹਿਯੋਗ ਕਰ ਰਹੀ ਹੈ ਤੇ ਭਾਰਤ ਦੇ ਕਾਨੂੰਨ ਦੀ ਪਾਲਣਾ ਕਰ ਰਹੀ ਹੈ। ਸੋ ਚੀਨ ਦੀਆਂ ਮੋਬਾਈਲ ਫੋਨ ਕੰਪਨੀਆਂ ਤੇ
ਛਾਪੇਮਾਰੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਸ਼੍ਰੀਲੰਕਾ ਨੇ ਈਰਾਨ ਤੋਂ ਲਏ ਤੇਲ ਦਾ ਕਰਜ਼ਾ ਚੁਕਾਉਣ ਦੇ ਲਈ ਹੁਣ ਨਵੀਂ ਯੋਜਨਾ ਤਿਆਰ ਕੀਤੀ ਹੈ। ਸ਼੍ਰੀਲੰਕਾ ਨੇ $25 ਕਰੋੜ ਨੇ ਜਿਹੜੇ ਉਹ ਦੇਣੇ ਨੇ ਈਰਾਨ ਨੂੰ, ਪਰ ਪੈਸੇ ਦੇਣ ਦੇ ਲਈ ਨਹੀਂ ਹੈਗੇ। ਤਾਂ ਹੁਣ ਸ਼੍ਰੀਲੰਕਾ ਨੇ ਈਰਾਨ ਨੂੰ ਚਾਹ ਭੇਜਣ ਦੀ ਯੋਜਨਾ ਬਣਾਈ ਹੈ ਤੇ ਈਰਾਨ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ, ਯਾਨੀ ਕਿ ਤੇਲ ਦੇ ਬਦਲੇ ਸ਼੍ਰੀਲੰਕਾ ਈਰਾਨ ਨੂੰ ਚਾਹ ਪੱਤੀ ਭੇਜਿਆ ਕਰੇਗਾ। ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਵਿੱਚ ਕਾਂਸੇ ਦਾ ਤਗਮਾ ਹਾਸਲ ਕਰ ਲਿਆ ਹੈ। ਭਾਰਤ ਦੀ ਟੀਮ ਸੈਮੀਫਾਈਨਲ ਦੇ ਵਿੱਚ ਜਾਪਾਨ ਤੋਂ ਹਾਰ ਗਈ ਸੀ, ਪਰ ਤੀਜੇ ਸਥਾਨ ਦੇ ਲਈ ਜਿਹੜਾ ਮੈਚ ਹੋਇਆ ਸੀ ਉਹਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-3 ਦੇ ਨਾਲ ਮਾਤ ਦੇ ਦਿੱਤੀ। ਯਾਨੀ ਕਿ ਹਾਕੀ ਟੀਮ ਹੈਗੀ ਹੈ ਜਿਹੜੀ ਉਹ ਹਾਕੀ ਗੇਮ ਦੇ ਵਿੱਚ ਝੰਡੇ ਪੂਰੇ ਗੱਡ ਰਹੀ ਹੈ। ਵਿਦੇਸ਼ੀ ਮੁਲਕਾਂ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਹੈ। ਪਾਕਿਸਤਾਨ, ਈਰਾਨ ਅਤੇ ਤੁਰਕੀ ਦੇ ਵਿਚਾਲੇ ਵਪਾਰ ਨੂੰ ਬੜਾਵਾ ਦੇਣ ਦੇ ਉਦੇਸ਼ ਦੇ ਨਾਲ ਇੱਥੇ ਮਾਲਵਾਹਕ ਟ੍ਰੇਨ ਸੇਵਾ ਸ਼ੁਰੂ ਹੋ ਗਈ ਹੈ, ਯਾਨੀ ਕਿ ਪਾਕਿਸਤਾਨ, ਈਰਾਨ ਅਤੇ ਤੁਰਕੀ ਦੇ ਵਿਚਾਲੇ ਇਹ ਮਾਲ ਗੱਡੀ ਹੈ ਜਿਹੜੀ ਉਹ ਚੱਲੇਗੀ। ਪਾਕਿਸਤਾਨ ਦੇ ਰੇਲ ਮੰਤਰੀ ਆਜ਼ਮ ਖਾਨ ਸਵਾਤੀ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮਰਗਲਾ ਰੇਲਵੇ ਸਟੇਸ਼ਨ ਤੇ ਇਸ ਸੇਵਾ ਦੀ ਸ਼ੁਰੂਆਤ ਕੀਤੀ। ਇਸ ਸੇਵਾ ਦਾ ਨਾਮ ਇਸਲਾਮਾਬਾਦ, ਤਹਿਰਾਨ ਅਤੇ ਇਸਤਾਂਬੁਲ ਦੇ ਨਾਮ ਤੇ ITI ਰੱਖਿਆ ਗਿਆ ਹੈ। ਮੀਡੀਆ ਦੇ ਨਾਲ ਜੁੜੀ ਇੱਕ ਖਬਰ ਦੱਸ ਦਿੰਨੇ ਹਾਂ। ਸੋਨੀ ਅਤੇ ਜ਼ੀ ਦੋ ਕੰਪਨੀਆਂ ਆਪਸ ਦੇ ਵਿੱਚ ਰਲ ਗਈਆਂ ਨੇ। ਇਹਨਾਂ ਨੇ ਆਪਸ ਦੇ ਵਿੱਚ ਰਲੇਵੇਂ ਦੇ ਸਮਝੌਤੇ ਤੇ ਹਸਤਾਖਰ ਕਰ ਦਿੱਤੇ ਨੇ। PTI ਦੀ ਖਬਰ ਦੇ ਮੁਤਾਬਿਕ ਇੱਕ ਸਾਂਝੇ ਬਿਆਨ ਦੇ ਵਿੱਚ ਦੋਵੇਂ ਕੰਪਨੀਆਂ ਨੇ ਕਿਹਾ ਕਿ ਲੰਬੀ ਗੱਲਬਾਤ ਅਤੇ ਆਪਸੀ ਵਿਚਾਰ ਚਰਚਾ ਤੋਂ ਬਾਅਦ ਇਹ ਸਮਝੌਤਾ ਹੋਇਆ। ਬਿਆਨ ਦੇ ਮੁਤਾਬਿਕ ਦੋਵੇਂ ਕੰਪਨੀਆਂ ਨੇ ਆਪਣੇ ਲੀਨੀਅਰ ਨੈਟਵਰਕਸ, ਡਿਜੀਟਲ ਐਸੈਟਸ, ਪ੍ਰੋਡਕਸ਼ਨ ਆਪਰੇਸ਼ਨ ਅਤੇ ਪ੍ਰੋਗਰਾਮ ਲਾਇਬ੍ਰੇਰੀਜ਼ ਨੂੰ ਮਿਲਾਉਣ ਦੇ ਸਮਝੌਤੇ ਤੇ ਦਸਤਖਤ ਕੀਤੇ ਨੇ, ਯਾਨੀ ਕਿ ਹੁਣ ਦੋਵੇਂ ਕੰਪਨੀਆਂ ਇੱਕ ਦੂਸਰੇ ਦੇ ਪ੍ਰੋਡਕਟ ਨੇ ਜਿਹੜੇ ਇੱਕ ਦੂਸਰੇ ਦੀ ਫੁਟੇਜ ਹੈ ਉਹ ਵਰਤ ਸਕਦੀਆਂ ਨੇ। ਇਸ ਸਾਲ ਸਤੰਬਰ ਦੇ ਵਿੱਚ ਦੋਵਾਂ ਕੰਪਨੀਆਂ ਨੇ ਸਮਝੌਤੇ ਦੇ ਲਈ ਗੱਲਬਾਤ ਹੈ ਜਿਹੜੀ ਉਹ ਸ਼ੁਰੂ ਕੀਤੀ ਸੀ ਤੇ ਉਦੋਂ ਜਾਣਕਾਰੀ ਵੀ ਦਿੱਤੀ ਸੀ। ਉਸ ਸਮੇਂ ਕਿਹਾ ਗਿਆ ਸੀ ਕਿ ਸੋਨੀ ਇਸ ਸਮਝੌਤੇ ਦੇ ਵਿੱਚ $1 ਤੋਂ ਵੱਧ ਅਰਬ ਦਾ ਨਿਵੇਸ਼ ਕਰੇਗੀ ਅਤੇ ਰਲੇਵੇਂ ਤੋਂ ਬਾਅਦ ਕੰਪਨੀ ਦੀ ਜਿਹੜੀ 52.93% ਹਿੱਸੇਦਾਰੀ ਰਹੇਗੀ। ਮਿਆਂਮਾਰ ਤੋਂ ਖਬਰ ਹੈ, ਜਿੱਥੇ ਉੱਤਰੀ ਮਿਆਂਮਾਰ ਦੇ ਵਿੱਚ ਇੱਕ ਜੇਡ ਮਾਈਨਿੰਗ ਯਾਨੀ ਕਿ ਕੀਮਤੀ ਹੀਰਿਆਂ ਦੀ, ਕੀਮਤੀ ਪੱਥਰਾਂ ਦੀ ਖਾਣ ਹੈ, ਉਸ ਥਾਂ ਤੇ ਮਿੱਟੀ ਖਿਸਕ ਜਾਣ ਕਾਰਨ ਘੱਟੋ ਘੱਟ 70 ਲੋਕ ਗਾਇਬ ਹੋ ਗਏ ਨੇ। ਵੱਡਾ ਹਾਦਸਾ ਵਾਪਰੇ ਜਾਣ ਦਾ ਖਦਸ਼ਾ ਹੈ ਕਿਉਂਕਿ ਮਿੱਟੀ ਖਿਸਕਣ ਦੇ ਨਾਲ 70 ਲੋਕ ਗਾਇਬ ਹੋਏ ਨੇ ਤਾਂ ਜ਼ਾਹਿਰ ਤੌਰ ਤੇ ਜਾਨੀ ਤੌਰ ਤੇ ਨੁਕਸਾਨ ਹੈ ਜਿਹੜਾ ਉਹ ਜ਼ਰੂਰ ਹੋਇਆ ਹੋਏਗਾ। ਸਵੇਰੇ ਤੜਕੇ 4 ਵਜੇ ਦੇ ਕਰੀਬ ਮਿੱਟੀ ਖਿਸਕਣ ਦੀ ਘਟਨਾ ਜਿਹੜੀ ਆ ਉਹ ਵਾਪਰੀ ਹੈ ਤੇ ਇੱਥੇ ਰਾਹਤ ਕਾਰਜ ਲਗਾਤਾਰ ਜਾਰੀ ਨੇ। ਲੋਕਾਂ ਨੂੰ ਲੱਭਣ ਦਾ ਕੰਮ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਮਿਆਂਮਾਰ ਦੇ ਵਿੱਚ ਹੀ ਜੇਡ ਹੈ ਜਿਹੜਾ ਉਹ ਸਭ ਤੋਂ ਵੱਡੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ। ਜੇਡ ਇੱਕ ਹਰੇ ਰੰਗ ਦਾ ਪੱਥਰ ਹੁੰਦਾ ਹੈ, ਗਹਿਣੇ ਬਣਾਉਣ ਦੇ ਵਿੱਚ ਇਹ ਕੰਮ ਆਉਂਦਾ ਹੈ ਤੇ ਮਿਆਂਮਾਰ ਦੇ ਵਿੱਚ ਹੀ ਇਸੇ ਥਾਂ ਤੋਂ ਹੀ ਇਹ ਹਰੇ ਰੰਗ ਦਾ ਪੱਥਰ ਕੱਢਿਆ ਜਾਂਦਾ, ਪਰ ਲੰਘੇ ਕਈ ਸਾਲਾਂ ਦੇ ਵਿੱਚ ਇਸ ਦੀ ਖੁਦਾਈ ਦੇ ਦੌਰਾਨ ਕਈ ਹਾਦਸੇ ਨੇ ਜਿਹੜੇ ਉਹ ਵਾਪਰ ਚੁੱਕੇ ਨੇ। ਪ੍ਰਾਈਮ ਟਾਈਮ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ। ਕੱਲ ਨੂੰ ਫਿਰ ਮਿਲਾਂਗੇ ਇਸੇ ਸਮੇਂ ਤੇ ਇਸੇ TV ਚੈਨਲ ਤੇ। ਧੰਨਵਾਦ।